नहीं पहला साडा मुद्दा किसानी दा जी। राजनीति साडू ना असीं करनी है जी, ना कोई करदा। साडा टारगेट असीं घरों निकले आ, जे सारे भरा घरों निकले ने तां बिलां नूं रद्द कराउण वास्ते निकले ने। क्योंकि जे अज घरों निकले आ तां इह कह के निकले आ भी हुण इह लड़ाई साडी होंद दी है, साडीआं आउण वालीआं नस्लां दी है, साडे पंजाब दी है। तां पंजाब लई कुछ भी करन तक जिੱਥੇ तक जाया गया उत्थे तक जावांगे। देखो उत्थे बाई जी ਅੱਜ ਜਿੰਨੇ ਭਰਾ ਬੈਠੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਜਾਂਦੇ ਨੇ। ਉਹ ਬਾਕੀ ਸਾਰਿਆਂ ਵੱਲੋਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਕੋਈ ਜਾਣਗੇ। ਕੱਲ ਨੂੰ ਕੋਈ ਚਲੇ ਜਾਵੇ ਤੇ ਤੁਸੀਂ ਮੈਨੂੰ ਸਵਾਲ ਕਰੋ, ਮੈਂ ਆਪ ਦੀ ਗੱਲ ਕਲੀਅਰ ਕਰ ਸਕਦਾ ਵੀ ਮੈਂ ਨਹੀਂ ਜਾਊਂਗਾ। ਜੋ ਦੀਪ ਸਿੱਧੂ ਨੇ ਵੱਖਰੇ ਤੌਰ ਤੇ ਇੱਥੇ ਸ਼ੰਭੂ ਜਿਹੜਾ ਆਪਣਾ ਲਾਇਆ ਧਰਨਾ ਲਾਇਆ, ਕੱਲਾ ਧਰਨੇ ਨਹੀਂ ਲਾਇਆ, ਉਹਨੇ ਕਿਸਾਨ ਲੀਡਰਸ਼ਿਪ ਤੇ ਬਹੁਤ ਗੈਰ ਗੰਭੀਰ ਸਵਾਲ ਕੀਤੇ ਹੈ ਵੀ ਤੁਸੀਂ ਗੁਪਤ ਮੀਟਿੰਗਾਂ ਕਰਦੇ ਹੋ, ਤੁਸੀਂ ਸਮਝੌਤਾ ਕਰ ਅੰਦਰ ਖਾਤੇ ਸਮਝੌਤੇ ਕਰਦੇ ਹੋ, ਤੁਸੀਂ ਇਕੱਲੇ ਐਮਐਸਪੀ ਤੇ ਖੜੇ ਹੋ। ਇਹਨਾਂ ਗੱਲਾਂ ਨੂੰ ਅਸੀਂ ਸਮਝਦੇ ਹਾਂ ਵੀ ਉਹ ਸਾਨੂੰ ਕਮਾਂਡ ਕਰਨਾ ਚਾਹੁੰਦਾ ਹੈ। ਆ ਸਾਰੇ ਗੀਤਕਾਰ ਬੈਠੇ ਨੇ, ਉਹਨਾਂ ਦਾ ਗੀਤਕਾਰਾਂ ਦਾ ਭਾਈਚਾਰਾ ਬੈਠਾ, ਮੇਨ ਆਗੂ ਬੈਠੇ ਨੇ, ਇਹਨਾਂ ਦੀ ਅਸੀਂ ਪ੍ਰਸ਼ੰਸਾ ਕੀਤੀ ਹੈ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਉਹ ਦੀਪ ਸਿੱਧੂ ਦੇ ਮਗਰ ਨਹੀਂ ਗਏ, ਇਹ ਉਹਨਾਂ ਨਾਲੋਂ ਉਹਦੇ ਧਰਨੇ 'ਚ ਨਹੀਂ ਗਏ, ਉਹਦੇ ਨਾਲ ਤੋੜ ਨਖੇੜਾ ਕੀਤਾ। ਕੋਈ ਸਾਨੂੰ ਚਿੱਠੀ ਪੱਤਰ ਜਿੱਦਾਂ ਕੱਲ ਤੋਂ ਮੀਡੀਆ ਚਲਾ ਰਿਹਾ ਕਿ ਦਿੱਲੀ ਤੋਂ ਸਾਨੂੰ ਚਿੱਠੀ ਆ ਗਈ, ਉਹਦਾ ਇਹਨਾਂ ਨੇ ਬਾਈਕਾਟ ਕਰਤਾ ਕਿਉਂਕਿ ਉਹ ਚਿੱਠੀ ਹਿੰਦੁਸਤਾਨ ਗੌਰਮੈਂਟ ਦੀ ਨਹੀਂ ਹੈਗੀ, ਉਹ ਇੱਕ ਸਪੈਸ਼ਲ ਮਹਿਕਮੇ ਦੀ ਆ। ਜਦੋਂ ਤੱਕ ਸਾਡੇ ਨਾਲ ਗੌਰਮੈਂਟ ਗੱਲ ਨਹੀਂ ਕਰੂਗੀ ਉਦੋਂ ਤੱਕ ਅਸੀਂ ਦਿੱਲੀ ਨਹੀਂ ਜਾਵਾਂਗੇ। ਸੋ ਸਾਡਾ ਜਿਹੜਾ ਸਮਰਥਨ ਹੈ ਪ੍ਰੋਪਰ ਤੌਰ ਤੇ ਸਾਰੇ ਭਾਈਚਾਰੇ ਦਾ ਅਗਲੇ ਜਿੰਨੇ ਵੀ ਪ੍ਰੋਗਰਾਮ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਜੀ। ਸਾਡੀ ਪੂਰਨ ਤੌਰ ਤੇ ਕੋਸ਼ਿਸ਼ ਹੈ ਜੀ, ਸਾਡੀ ਸਾਰੀ ਕੋਸ਼ਿਸ਼ ਹੈ ਜੀ ਵੀ ਅਸੀਂ ਜਿਹੜਾ ਵੀ ਬੰਦਾ ਇਹਨਾਂ ਸੰਘਰਸ਼ਾਂ 'ਚ ਨਿਕਲਿਆ ਹੋਇਆ ਆਪਦੇ ਘਰੋਂ ਵੀ ਉਹ ਸਾਡੇ ਨਾਲ ਮੰਚ ਤੇ ਜੁੜੇ। ਨਹੀਂ ਬਾਈਕਾਟ ਅਸੀਂ ਨਾ ਤਾਂ ਦੇਖੋ ਬਾਈ ਉਹਦਾ ਬਾਈਕਾਟ ਕੀਤਾ ਭਰਾ ਦਾ, ਉਹ ਵੀ ਸਾਡਾ ਭਰਾ ਹੈ, ਉਹ ਵੀ ਘਰੋਂ ਸੰਘਰਸ਼ ਕਰਨ ਲਈ ਨਿਕਲਿਆ ਹੈ। ਅਸੀਂ ਅੱਜ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਰਕੇ ਕਈ ਫੈਸਲੇ ਲਏ ਆ ਉਹਦੇ ਵਿੱਚ, ਤੇ ਇਸ ਮੀਟਿੰਗ ਦੇ ਵਿੱਚ ਸਾਡੀ ਦੇ ਵਿੱਚ ਸਾਡੇ ਘਰਾਂ ਦੇ ਜੰਮੇ ਧੀਆਂ ਪੁੱਤ ਜਿਹੜੇ ਸਿੰਗਰ ਨੇ, ਕਲਾਕਾਰ ਨੇ, ਗੀਤਕਾਰ ਨੇ, ਉਹ ਖਾਸ ਕਰਕੇ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚੋਂ ਆ, ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਆ। ਉਹਨਾਂ ਨੇ ਜਿਹੜੇ ਤਿੰਨੇ ਕਾਨੂੰਨ ਪਾਸ ਹੋਇਆ, ਉਹਨਾਂ ਨੂੰ ਆਪ ਦਾ ਦਰਦ ਸਮਝਿਆ ਕਿ ਅਸਲ ਦੇ ਵਿੱਚ ਇਹ ਇਕੱਲੇ ਕਿਸਾਨਾਂ ਦਾ ਨਹੀਂ ਹੈ, ਇਹ ਅਸੀਂ ਕਿਸਾਨਾਂ ਦੇ ਧੀਆਂ ਪੁੱਤ ਹੋਣ ਕਰਕੇ ਇਹ ਸਾਡੇ ਤੇ ਵੀ ਹਮਲਾ ਹੈ। ਸਾਡੇ ਦਿਲਾਂ ਦੇ ਵਿੱਚ ਇਹਦਾ ਦਰਦ ਹੈ ਕਿ ਅਗਰ ਇੱਥੇ ਕਿਸਾਨੀ ਖਤਮ ਹੁੰਦੀ ਹੈ, ਇੱਥੋਂ ਦੀ ਖੇਤੀ ਖਤਮ ਹੁੰਦੀ ਹੈ, ਇੱਥੋਂ ਦੀ ਜਵਾਨੀ ਖਤਮ ਹੁੰਦੀ ਹੈ, ਤਾਂ ਫਿਰ ਅਸੀਂ ਇਕੱਲਾ ਖਾੜੇ ਗਾ ਕੇ ਗੀਤ ਵਜਾ ਕੇ ਕੀ ਕਰਾਂਗੇ। ਸੋ ਫੈਸਲਾ ਕਰਕੇ ਸਾਡੇ ਵਿੱਚ ਆਇਆ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਤਹਿ ਦਿਲੋਂ ਧੰਨਵਾਦੀ ਹਾਂ ਉਹਨਾਂ ਦੇ ਕਿ ਜੇ ਚੀਜ਼ ਕਿਸਾਨਾਂ ਦੀ ਉਹਨਾਂ ਦੇ ਹਿਰਦਿਆਂ ਦੇ ਵਿੱਚ ਗਈ ਹੈ ਤਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਬਹੁਤ ਵੱਡਾ ਰੋਲ ਹੈ ਅੱਜ ਦੇ ਜਿਹੜੇ ਕਲਾਕਾਰ, ਅੱਜ ਦੇ ਗੀਤਕਾਰ ਹੈ, ਉਹਨਾਂ ਦੇ ਨਾਲ ਜਿਹੜੀ ਪੰਜਾਬ ਦੀ ਜਵਾਨੀ ਹੈ, ਜਿਹੜੀ ਪੰਜਾਬ ਦੀ ਜਵਾਨੀ ਨੂੰ ਪੁੱਠੇ ਰਸਤੇ ਪਾਇਆ ਹੋਇਆ, ਇੱਥੋਂ ਦੀਆਂ ਹਾਕਮ ਜਮਾਤਾਂ ਵੱਲੋਂ ਨਸ਼ਿਆਂ ਦੇ ਵਿੱਚ ਪਾਇਆ ਹੋਇਆ, ਹੋਰ ਜਿਹੜੇ ਭੈੜੇ ਕੰਮ ਕਰਨੇ ਆ ਉਹਨਾਂ ਦੇ ਵਿੱਚ ਪਾਇਆ। ਜੇ ਉਹਨਾਂ ਨੂੰ ਸੇਧ ਦਿੱਤੀ ਜਾ ਸਕਦੀ ਹੈ ਤਾਂ ਜਿਹੜਾ ਪੰਜਾਬ ਦਾ ਕਲਚਰ ਹੈ, ਪੰਜਾਬ ਦਾ ਗਾਇਕ ਹੈ, ਉਹ ਇੱਕ ਉਹਨਾਂ ਨੂੰ ਠੀਕ ਸੇਧ ਮੁਹੱਈਆ ਕਰ ਸਕਦਾ, ਤੇ ਉਹ ਸੇਧ ਮੁਹੱਈਆ ਦੇ ਰਾਹੀਂ ਅਸੀਂ ਸਮਝਦੇ ਹਾਂ ਕਿ ਇਹਨਾਂ ਦਾ ਵੱਡਾ ਯੋਗਦਾਨ ਹੈ। ਪਹਿਲਾਂ ਅਸੀਂ ਧਰਨਿਆਂ ਦੇ ਵਿੱਚ ਇਕੱਲੇ ਬਜ਼ੁਰਗ ਸ਼ਾਮਲ ਹੁੰਦੇ ਸੀ, ਜੇ ਅੱਜ ਸਾਡੇ ਧਰਨਿਆਂ ਦੇ ਵਿੱਚ ਵੱਡਾ ਹਿੱਸਾ ਨੌਜਵਾਨਾਂ ਦਾ ਸ਼ਮੂਲੀਅਤ ਕੀਤੀ ਹੈ ਤਾਂ ਅਸੀਂ ਸਮਝਦੇ ਹਾਂ ਕਿ ਉਹ ਇਹਨਾਂ ਦੇ ਸਾਡੇ ਬੇਟਿਆਂ ਦੀ, ਸਾਡੇ ਭਾਈਆਂ ਦੀ, ਇਹਨਾਂ ਦੀ ਉਹ ਦੇਣ ਹੈ, ਤੇ ਅਸੀਂ ਇਹਨਾਂ ਨੂੰ ਅੱਜ ਵਿੱਚ ਸ਼ਾਮਲ ਕੀਤਾ। ਨਾਲ ਅਸੀਂ ਫੈਸਲਾ ਕੀਤਾ ਕਿ ਜਿੰਨੇ ਵੀ ਗੀਤਕਾਰ ਹੈ, ਜਿੰਨੇ ਕਲਾਕਾਰ ਹੈ, ਉਹ ਜੋ ਅਸੀਂ ਪ੍ਰੋਗਰਾਮ ਦਿੱਤੇ ਹੋਇਆ ਹੈ, ਉਹ ਰੇਲਵੇ ਟਰੈਕ ਤੇ ਬੈਠੇ ਹਾਂ, ਅਸੀਂ ਵੱਡੇ ਜਾਮ ਲੱਗੇ ਆ, ਟੋਲ ਪਲਾਜ਼ਿਆਂ ਤੇ ਬੈਠੇ ਆ, ਰਿਲਾਇੰਸ ਦੇ ਪੰਪਾਂ ਤੇ ਬੈਠੇ ਆ, ਜਿਹੜੇ ਬਹੁਕੌਮੀ ਕੰਪਨੀ ਦੇ ਮਾਲ ਹੈ ਉਹਨਾਂ ਦਾ ਘਿਰਾਓ ਕੀਤਾ ਹੋਇਆ, ਬੀਜੇਪੀ ਦੇ ਘਰਾਂ ਦੇ ਅੱਗੇ ਧਰਨੇ ਲਾਏ ਹੋਇਆ ਹੈ। ਉਹਦੇ ਵਿੱਚ ਅਸੀਂ ਉਮੀਦ ਕਰਾਂਗੇ ਕਿ ਸਾਡੇ ਸਪੋਰਟਰ ਬਣ ਕੇ, ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਉਹ ਸਪੋਰਟ ਕਰਨਗੇ, ਤੇ ਇਹਨੂੰ ਅਗਲੀ ਜਿਹੜੀ ਸਾਡੀ ਐਜੀਟੇਸ਼ਨਾਂ ਨੂੰ ਉਹਨੂੰ ਚਰਮ ਸੀਮਾ ਤੱਕ ਲੈ ਕੇ ਜਾਣ ਦੇ ਵਿੱਚ ਯੋਗਦਾਨ ਪਾਉਣ। ਜੀ ਜੀ ਬਿਲਕੁਲ ਸਾਡੀ ਸਹਿਮਤੀ। ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਜੀ, ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਜੀ 30 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ। ਸਾਡਾ ਜਿਹੜਾ ਅਸੀਂ ਪਿਛਲੀ ਮੀਟਿੰਗ 'ਚ ਸਮਰਥਨ ਦੇ ਕੇ ਗਏ ਸੀ ਕਿਸਾਨ ਜਥੇਬੰਦੀਆਂ ਨੂੰ, ਉਹ ਸਾਡਾ ਜਿਹੜਾ ਸਮਰਥਨ ਹੈ ਕਿਉਂਕਿ ਇਸ ਸੰਘਰਸ਼ ਦਾ ਤੁਹਾਨੂੰ ਮੈਂ ਪਹਿਲਾਂ ਫਾਇਦਾ ਦੱਸ ਦਵਾਂ ਜੀ ਕੀ ਹੋਇਆ। ਲਗਾਤਾਰ ਕੇਂਦਰ ਤੋਂ ਕਦੇ ਕੋਈ ਉਹਨਾਂ ਦਾ ਸਿੱਖ ਫੇਸ ਪੰਜਾਬ 'ਚ ਆਉਂਦਾ ਹੈ, ਜਿਵੇਂ ਹਰਦੀਪ ਪੁਰੀ ਜੀ ਆਏ ਹੈ,
ਜਾਂ ਕੋਈ ਸਾਨੂੰ ਚਿੱਠੀ ਪੱਤਰ ਜਿੱਦਾਂ ਕੱਲ ਤੋਂ ਮੀਡੀਆ ਚਲਾ ਰਿਹਾ ਕਿ ਦਿੱਲੀ ਤੋਂ ਸਾਨੂੰ ਚਿੱਠੀ ਆ ਗਈ, ਉਹਦਾ ਇਹਨਾਂ ਨੇ ਬਾਈਕਾਟ ਕਰਤਾ ਕਿਉਂਕਿ ਉਹ ਚਿੱਠੀ ਹਿੰਦੁਸਤਾਨ ਗਵਰਨਮੈਂਟ ਦੀ ਨਹੀਂ ਹੈਗੀ, ਉਹ ਇੱਕ ਸਪੈਸ਼ਲ ਮਹਿਕਮੇ ਦੀ ਆ। ਜਦੋਂ ਤੱਕ ਸਾਡੇ ਨਾਲ ਗਵਰਨਮੈਂਟ ਗੱਲ ਨਹੀਂ ਕਰੂਗੀ ਉਦੋਂ ਤੱਕ ਅਸੀਂ ਦਿੱਲੀ ਨਹੀਂ ਜਾਵਾਂਗੇ। ਸੋ ਸਾਡਾ ਜਿਹੜਾ ਸਮਰਥਨ ਹੈ ਪ੍ਰੋਪਰ ਤੌਰ ਤੇ ਸਾਰੇ ਭਾਈਚਾਰੇ ਦਾ ਅਗਲੇ ਜਿੰਨੇ ਵੀ ਪ੍ਰੋਗਰਾਮ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਜੀ। ਜੀ ਦਰਸ਼ਨ ਮੈਂ ਤਾਂ ਪ੍ਰਧਾਨ ਸਾਹਿਬ ਤੁਸੀਂ ਇੱਧਰ ਆ ਜਾਓ। ਜਿਹੜੇ ਤੁਹਾਡੇ ਸਾਥੀ ਵੱਖਰਾ ਧਰਨਾ ਲਾ ਕੇ ਬੈਠੇ ਨੇ ਉਹਨਾਂ ਨੂੰ ਕੀ ਫੀਲ ਕਰਦੇ ਹੋ, ਕੀ ਮੈਸੇਜ ਦੇਣਾ? ਅਸੀਂ ਤਾਂ ਜੀ ਦੇਖੋ ਅੱਜ ਮੁੱਦਾ ਹਰ ਇੱਕ ਬੰਦੇ ਦਾ ਇੱਕ ਹੈ, ਹੋ ਸਕਦਾ ਵਿਚਾਰਕ ਮਤਭੇਦ ਥੋੜੀ ਬਹੁਤੀ ਹੈ ਉਹ ਵੀ, ਪਰ ਗੱਲ ਨੇੜੇ ਲੱਗ ਗਈ ਸਾਡੀ, ਕੋਈ ਇਹ 'ਚ ਐ ਨਹੀਂ ਹੈਗਾ ਵੀ ਆਪਾਂ ਉਹਨੂੰ ਵੱਡਾ ਨਹੀਂ ਬਣਾ ਰਹੇ। ਜਦੋਂ ਮੰਜ਼ਿਲ ਹਰ ਇੱਕ ਬੰਦੇ ਦੀ ਇੱਕ ਹੈ, ਥੋੜੇ ਮੋਟੇ ਵਿਚਾਰਕ ਮਤਭੇਦ ਹੋ ਸਕਦੇ ਆ, ਉਹ ਵੀ ਅਸੀਂ ਗੱਲ ਨੇੜੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਉਣ ਵਾਲੀ ਮੀਟਿੰਗ 'ਚ ਉਹ ਵੀ ਗੱਲ ਨੇੜੇ ਲੱਗ ਜੂਗੀ। ਅਸੀਂ ਇਕੱਠੇ ਸਾਰੇ ਇੱਕ ਮੰਚ ਤੇ ਤੁਹਾਨੂੰ ਮਿਲਾਂਗੇ। ਉਹ ਅਸੀਂ ਸਾਡੀ ਪੂਰਨ ਕੋਸ਼ਿਸ਼ ਹੈ ਜੀ, ਸਾਡੀ ਪੂਰਨ ਤੌਰ ਤੇ ਕੋਸ਼ਿਸ਼ ਹੈ ਜੀ, ਸਾਡੀ ਸਾਰੀ ਕੋਸ਼ਿਸ਼ ਹੈ ਜੀ ਵੀ ਅਸੀਂ ਜਿਹੜਾ ਵੀ ਬੰਦਾ ਇਹਨਾਂ ਸੰਘਰਸ਼ਾਂ 'ਚ ਨਿਕਲਿਆ ਹੋਇਆ ਆਪਦੇ ਘਰੋਂ ਵੀ ਉਹ ਸਾਡੇ ਨਾਲ ਮੰਚ ਤੇ ਜੁੜੇ। ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਜੀ ਕਨੂਪ੍ਰਿਆ ਜੀ ਪੰਜਾਬ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ, ਇੱਕ ਸਾਡੇ ਨਾਲ ਨਵਾਂ ਸੰਗਠਨ ਜੁੜਿਆ। ਉਵੇਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਲੈ ਕੇ ਆਈਏ, ਆਪਣੇ ਨਾਲ ਜੋੜੀਏ, ਕਿਉਂਕਿ ਸਾਡਾ ਕੰਮ ਨੌਜਵਾਨੀ ਦਾ, ਬਾਕੀ ਕੰਮ ਸਾਡੇ ਬਜ਼ੁਰਗਾਂ ਨੇ, ਬਜ਼ੁਰਗਾਂ ਨੂੰ ਪਿੰਡਾਂ ਵਾਲਿਆਂ ਨੂੰ ਜੋੜਿਆ ਹੋਇਆ। ਆਪਣੇ ਪੱਧਰ ਤੇ ਵਪਾਰੀ ਵਰਗ ਚਾਹੇ ਉਹ ਮਜ਼ਦੂਰ ਭਰਾ ਨੇ, ਨੌਜਵਾਨ ਭਰਾਵਾਂ ਨੂੰ ਜੋੜਨ ਦਾ ਕੰਮ ਸਾਡਾ ਪਰਿਵਾਰ ਕਰ ਰਿਹਾ ਜਿਹੜਾ ਇੰਡਸਟਰੀ ਹੈ। ਸੋ ਸਾਡੇ ਵੀਰ ਨਾਲ ਕੋਈ ਮਤਭੇਦ ਨਹੀਂ, ਉਹ ਵੀ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਇੱਕ ਸੰਘਰਸ਼ 'ਚ ਅਸੀਂ ਇਕੱਠੇ ਹੋਵਾਂਗੇ। ਲੋਕਾਂ ਨੂੰ ਲੱਗ ਰਹੀ ਹੈ ਕਿ ਹੋ ਸਕਦਾ ਕਿ ਪੰਜਾਬ 'ਚ ਬਦਲਵੀਂ ਰਾਜਨੀਤੀ ਮਿਲ ਜਾਵੇ, ਕੀ ਅਜਿਹੀ ਰੂਪਰੇਖਾ ਤੇ ਜਾ ਸਕਦੇ ਆ ਕਲਾਕਾਰ ਤੇ? ਨਹੀਂ, ਪਹਿਲਾਂ ਸਾਡਾ ਮੁੱਦਾ ਕਿਸਾਨੀ ਦਾ ਜੀ, ਰਾਜਨੀਤੀ ਸਾਡੂ ਨਾ ਅਸੀਂ ਕਰਨੀ ਹੈ ਜੀ, ਨਾ ਕੋਈ ਕਰਦਾ। ਸਾਡਾ ਟਾਰਗੇਟ, ਅਸੀਂ ਘਰੋਂ ਨਿਕਲੇ ਆ, ਜੇ ਸਾਰੇ ਭਰਾ ਘਰੋਂ ਨਿਕਲੇ ਨੇ ਤਾਂ ਬਿੱਲਾਂ ਨੂੰ ਰੱਦ ਕਰਾਉਣ ਵਾਸਤੇ ਨਿਕਲੇ ਨੇ। ਜਦੋਂ ਇਹ ਬਿੱਲ ਰੱਦ ਹੋ ਜਾਣਗੇ ਪੰਜਾਬ ਦੇ ਇਹਨਾਂ ਦਿਨਾਂ 'ਚ ਬੜੇ ਬੁੱਧੀਜੀਵੀਆਂ ਨੇ, ਚਾਹੇ ਉਹ ਵਕੀਲ ਨੇ, ਚਾਹੇ ਐਕਟਰ ਨੇ, ਚਾਹੇ ਕੋਈ ਵੀ ਭਾਈਚਾਰਾ, ਪੰਜਾਬ ਦੇ ਬੜੇ ਮੁੱਦੇ ਨਿਕਲ ਕੇ ਸਾਡੇ ਸਾਹਮਣੇ ਆਏ ਨੇ ਜਿਨ੍ਹਾਂ ਤੋਂ ਨੌਜਵਾਨੀ ਅਵੇਅਰ ਹੋਈ ਆ ਵੀ ਪੰਜਾਬ ਦੇ ਇਹ ਵੀ ਮੁੱਦੇ ਹੈਗੇ ਨੇ। ਪਰ ਅਸੀਂ ਉਹਨਾਂ ਨਾਲ ਸਹਿਮਤ ਹਾਂ, ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਹਾਂ। ਪਰ ਸਾਡਾ ਪਹਿਲਾ ਮੁੱਦਾ ਕਿਸਾਨੀ ਦਾ, ਜਦੋਂ ਅਸੀਂ ਇਹ ਹੱਲ ਕਰਾ ਲਿਆ ਉਦੋਂ ਬਾਅਦ ਸਟੈਪ ਟੂ ਸਟੈਪ ਅਸੀਂ ਦੁਬਾਰੇ ਉਹਨਾਂ ਨਾਲ ਜੁੜ ਕੇ ਕੋਸ਼ਿਸ਼ ਕਰਾਂਗੇ ਜੀ। ਅੱਛਾ ਇੱਕ ਮਿੰਟ ਦੇ, ਅੱਛਾ ਉਹਦੇ 'ਚ ਇੱਕ ਮਿੰਟ ਦਿਓ ਜੀ। ਉਹਦੇ 'ਚ ਜੀ ਜਿਵੇਂ 7 ਜਿਹੜੇ ਮੈਂਬਰ ਅਸੀਂ ਦੇਣੇ ਆ, ਉਹ ਇਕੱਲੇ ਬਾਰ-ਬਾਰ ਮੈਂ ਕਹਿ ਰਿਹਾ ਵੀ ਸੋਸ਼ਲ ਜਿਹੜੇ ਸੋਸ਼ਲ ਵਰਕ ਕਰਦੇ ਆ ਉਹ ਵੀ ਹੈ, ਗਰਮ ਦਲੀਏ ਵੀ ਹੈ, ਨਰਮ ਦਲੀਏ ਵੀ ਹੈ। ਜਿਵੇਂ ਕਨੂਪ੍ਰਿਆ ਜੀ ਸਾਡੇ ਨਾਲ ਜੁੜੇ ਆ, ਅਸੀਂ 7 ਮੈਂਬਰ ਅਗਲੀ ਜਿਹੜੀ ਮੀਟਿੰਗ ਹੋਊਗੀ ਉਹਦੇ 'ਚ ਦੇਵਾਂਗੇ, ਕਿਉਂਕਿ ਇੱਕ ਦੋ ਜਥੇਬੰਦੀਆਂ ਸਾਡੇ ਨਾਲ ਨੌਜਵਾਨੀ ਪੱਧਰ ਤੇ ਹੋਰ ਜੁੜਨ ਨੂੰ ਤਿਆਰ ਨੇ। ਅਸੀਂ 7 ਮੈਂਬਰ ਇਕੱਲੇ ਕਲਾਕਾਰਾਂ ਦੇ ਨਹੀਂ ਦੇਵਾਂਗੇ, ਅਸੀਂ ਆਪਦੀ ਕਮੇਟੀ 'ਚੋਂ 7 ਮੈਂਬਰ ਸਾਰੀਆਂ ਜਥੇਬੰਦੀਆਂ ਦੇ ਦੇਵਾਂਗੇ ਜੀ। ਇੱਕ ਲੀਡ ਅਗਲੀ ਮੀਟਿੰਗ 'ਚ ਕਨਫਰਮ ਕਰ ਦਿਆਂਗੇ। ਪਿਛਲੀ ਵਾਰੀ ਵੀ ਕਨਸੈਪਟ ਸ਼ਾਇਦ ਗਲਤ ਚਲਾ ਗਿਆ ਕਿ ਅਸੀਂ ਜਦੋਂ 7 ਜਾਂ 5 ਜਾਂ 3 ਦੀ ਗੱਲ ਕਰਦੇ ਹਾਂ, ਉਹ ਅਸੀਂ ਕਰਦੇ ਹਾਂ ਕਿ ਧਰਨਿਆਂ ਦੇ ਅੰਦਰ, ਸਟਰਗਲ ਦੇ ਅੰਦਰ ਕਿਤੇ ਕੋਈ ਸਮੱਸਿਆ ਆ ਜਾਂਦੀ ਹੈ, ਕੋਆਰਡੀਨੇਸ਼ਨ ਦੀ ਕੋਈ ਸਮੱਸਿਆ ਆ ਗਈ, ਉਹਨੂੰ ਫੈਸਿਲੀਟੇਟ ਕਰਨ ਦੀ। ਤੇ ਧਰਨੇ ਦੇ ਵਿੱਚ ਕਿਸੇ ਗੀਤਕਾਰ ਗਏ, ਕੋਈ ਗਾਉਣ ਗਏ, ਉੱਥੇ ਮਤਲਬ ਗਾਇਕ ਗਏ, ਉੱਥੇ ਉਹਨਾਂ ਨੂੰ ਸਮੱਸਿਆ ਆ ਗਈ। ਸਾਨੂੰ ਲੱਗਦਾ ਕਿ ਇੱਕ ਜਗ੍ਹਾ ਤੇ ਗਾਇਕ ਨੇ 4 ਚਲੇ ਗਏ, 5 ਚਲੇ ਗਏ, ਕਿਤੇ ਕੋਈ ਹਫ਼ਤੇ ਤੋਂ ਗਿਆ ਨਹੀਂ। ਇਸ ਕਿਸਮ ਦੀ ਕੋਆਰਡੀਨੇਸ਼ਨ, ਫੈਸਿਲੀਟੇਸ਼ਨ ਕਰਨ ਵਾਸਤੇ ਅਸਲ ਤੇ ਅਸੀਂ ਇੱਕ ਕਮੇਟੀ ਬਣਾਈ ਸੀ। ਇੱਕ ਮੈਸੇਜ ਇਹਦਾ ਗਲਤ ਚਲੇ ਗਿਆ, ਸ਼ਾਇਦ ਲੱਗਦਾ ਇਹਦਾ ਗਿਆ, ਜਿਹੜਾ ਕੁਝ ਸੋਸ਼ਲ ਮੀਡੀਆ ਤੇ ਪਿਆ ਵੀ, ਕਿ ਸ਼ਾਇਦ ਹੁਣ ਕਿਸਾਨ ਸੰਘਰਸ਼ ਨੂੰ ਲੀਡ ਕਰਨ ਵਾਲੀ ਇਹ 14 ਮੈਂਬਰੀ। ਦੈਟ ਵਾਸ ਨਾਟ ਦਾ ਏਮ ਆਫ ਦੈਟ। ਬਿਲਕੁਲ ਅੱਜ ਅਸੀਂ ਇਹ ਡਿਸਕਸ ਕਰ ਲਿਆ, ਇਹ ਜਿਹੜੀ 5 ਮੈਂਬਰੀ ਜਾਂ 5 ਸਾਡੇ ਜਾਂ 7 ਇਹਨਾਂ ਦੇ ਉਸ ਪਰਪਸ ਲਈ ਨੇ। ਸੇਮ ਅੰਮ੍ਰਿਤਸਰ, ਗੁਰਦਾਸਪੁਰ ਦੇ ਵਿੱਚ 3 ਗਾਇਕ ਕਹਿੰਦੇ ਵੀ ਅਸੀਂ ਅੱਜ ਫਰੀ ਜਾਣਾ ਚਾਹੁੰਦੇ ਹਾਂ। ਇੱਧਰ ਕਿਹੜੇ ਏਰੀਏ 'ਚ ਜਾਣ, ਕਿੱਥੇ ਜਾਣ, ਉਹਨਾਂ ਨੂੰ ਨਹੀਂ ਪਤਾ। ਇਹ ਅਸੀਂ ਕਿਸਾਨ ਦੱਸਾਂ ਉਹਨਾਂ ਨੂੰ। ਗੁਰਦਾਸਪੁਰ ਏਰੀਏ 'ਚ ਕੋਈ ਸਮੱਸਿਆ ਆ ਗਈ, ਸਾਡੇ ਕਿਸੇ ਕਿਸਾਨ ਲੀਡਰ ਨੇ ਗੜਬੜ ਕਰਤੀ, ਉਹ ਕਿਹਨੂੰ ਦੱਸਣਗੇ? ਉਹ 5 ਮੈਂਬਰ ਜਾਂ 7 ਮੈਂਬਰ ਸਾਡੇ। ਦੈਟ ਇਜ਼ ਫॉर दैट ਓਨਲੀ, not for leading the whole farmers. ਤੁਸੀਂ ਮਹਿਸੂਸ ਵੀ ਕਰਦੇ ਕਿ ਕਿਸਾਨਾਂ ਦੇ ਹਿੱਤਾਂ ਨਾਲ ਜ਼ਿਆਦਾ ਕੁਝ ਲੋਕ ਐਸੇ ਹੈਗੇ ਨੇ ਜਥੇਬੰਦੀਆਂ 'ਚ ਜਾਂ ਸਿੰਘਾਂ 'ਚ ਜਾਂ ਕਿਤੇ ਆਪਣੇ ਨਿੱਜੀ ਹਿੱਤ ਨਾਲ ਦੇਖਣ ਲੱਗੇ। ਤੁਸੀਂ ਮਹਿਸੂਸ ਕਰਦੇ ਕਿ ਐਸਾ ਹੋ ਰਿਹਾ, ਡੀਟੇਲ ਹੋ ਰਿਹਾ, ਇਹ ਧਰਨਾ ਪ੍ਰਦਰਸ਼ਨ ਵੀ ਹੋਇਆ? ਮੈਨੂੰ ਪੁੱਛਣਾ ਮਾਈਕ
ਲੱਗਦਾ ਕਿ ਯਾਰ ਵੀ ਸਾਨੂੰ ਕਿਸੇ ਵੀ ਪਹਿਲੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਕੋਈ ਰਾਜਨੀਤਿਕ ਮੰਤਵ ਹੈ ਹੀ ਨਹੀਂ। ਠੀਕ ਹੈ, ਜਿਹੜੇ ਵੀ ਮੰਨ ਲਓ ਕਲਾਕਾਰ ਭਰਾ ਆ ਰਹੇ ਆ ਜਾਂ ਮੇਰੇ ਵਰਗੇ ਆ ਰਹੇ ਹੋਰ ਆ ਰਹੇ ਆ, ਮੈਨੂੰ ਨਹੀਂ ਲੱਗਦਾ ਕਿਸੇ ਬੰਦੇ ਨੂੰ ਵੀ ਕੋਈ ਇਹਦੇ ਵਿੱਚੋਂ ਆਪਣਾ ਚਿਹਰਾ ਸਥਾਪਿਤ ਕਰਨਾ ਕੋਈ ਚਾਹੁੰਦਾ ਹੈ ਕਿ ਮੈਂ ਇਸ ਅੰਦੋਲਨ ਨੂੰ ਢਾਲ ਬਣਾ ਕੇ ਚਿਹਰਾ ਸਥਾਪਿਤ ਕਰਾਂ ਤੇ ਉਹ ਗਲਤ ਹੋਊਗਾ। ਪੂਰੇ ਅੰਦੋਲਨ ਨੂੰ ਢਾਲ ਲਾਊਗਾ। ਰਾਜਨੀਤੀ ਕਰਨ ਨੂੰ ਹੋਰ ਬਥੇਰੇ ਮੰਚ ਹੁੰਦੇ ਨੇ ਯਾਰ, ਟਾਲੀ ਵੀ ਤਾਂ ਕਰ ਹੀ ਰਹੇ ਨੇ ਨਾ, ਉਹ ਵੀ ਤਾਂ ਇੱਥੋਂ ਆਹ ਅੰਦੋਲਨ 'ਚ ਆਪਣੀਆਂ ਵੋਟਾਂ ਕੱਢਣੀਆਂ ਚਾਹੁੰਦੇ ਨੇ। ਕਾਂਗਰਸ ਵੀ ਇਹੀ ਕੁਛ ਕਰ ਰਹੀ ਹੈ, ਦੂਜੀਆਂ ਪਾਰਟੀਆਂ ਇਹੀ ਕੁਛ ਕਰ ਰਹੇ ਨੇ। ਪਰ ਮੈਂ ਕਹਿੰਦਾ ਜਿਹੜਾ ਬੰਦਾ ਦਿਲੋਂ ਦਰਦ ਰੱਖਦਾ ਹੈ ਪੰਜਾਬ ਦੀ ਕਿਸਾਨੀ ਲਈ, ਪੰਜਾਬੀਅਤ ਲਈ, ਉਹ ਬੰਦੇ ਨੂੰ ਨਿਰਸਵਾਰਥ ਹੋ ਕੇ ਘੋਲਣਾ ਚਾਹੁੰਦਾ। ਹੁਣ ਮੈਂ ਥੋੜਾ ਜਿਹਾ ਮੈਨੂੰ ਬੋਲਣਾ ਪਊਗਾ, ਹੁਣ ਮੈਂ ਥੋੜਾ ਸਾਰੇ ਮੇਰੇ ਬਜ਼ੁਰਗ ਬੈਠੇ ਆ ਕਿਸਾਨ ਜਥੇਬੰਦੀ ਦਾ ਮਾਮਲਾ ਕਿਸਾਨ ਜਥੇਬੰਦੀਆਂ ਨੇ ਹੱਲ ਕਰ ਲਿਆ। ਜਿਹੜੀ ਜਥੇਬੰਦੀ ਬਾਹਰ ਨਿਕਲਦੀ ਜੋ 30 ਰਹਿ ਗਈ ਆ, ਉਹ ਹੈ ਅਜਮੇਰ ਸਿੰਘ ਰੱਖੋਵਾਲ ਵਾਲੀ ਜਥੇਬੰਦੀ। ਉਹਨਾਂ ਨੇ ਜਿਹੜਾ ਰਸਤਾ ਅਖਤਿਆਰ ਕੀਤਾ, ਉਹ ਕੀਤਾ ਸੁਪਰੀਮ ਕੋਰਟ ਉਦੋਂ ਜਾਣਦਾ ਜਦੋਂ ਸਾਡਾ ਸੰਘਰਸ਼ ਸਿਖਰ ਤੇ ਆ। ਉਹਦੇ 'ਚ ਜੋ ਉਹਨਾਂ ਨੇ ਕੀਤਾ, ਇਹਦੇ 'ਚ ਸਾਡੀ ਮਜਬੂਰੀ ਬਣ ਗਈ ਕਿ ਉਹਨਾਂ ਨਾਲ ਰਿਸ਼ਤਾ ਤੋੜਿਆ ਜਾਵੇ। ਇਸ ਕਰਕੇ ਅਸੀਂ 31 ਤੋਂ 30 ਰਹੇ ਨੇ। ਇਹ ਕੋਈ ਗੱਲ ਨਹੀਂ, ਐਡੀ ਗੱਲ ਨਹੀਂ ਹੈ। ਇਹਦੇ ਨਾਲ ਵੀ ਸੰਘਰਸ਼ ਨਾਲ ਸਾਡਾ ਹੋਇਆ, ਉਹ ਹੀ ਆਈਸੋਲੇਟ ਹੋਏ ਨੇ, ਉਹਨਾਂ ਨੂੰ ਹੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਸੋਸ਼ਲ ਮੀਡੀਆ ਤੇ ਉਹਨਾਂ ਦਾ ਬੁਰਾ ਹਾਲ ਕਰਤਾ ਲੋਕਾਂ ਨੇ। ਸੋ ਇਸ ਕਰਕੇ ਉਹ ਕਿਉਂ ਗਏ ਨੇ ਉਹ ਜਾਣਦੇ ਨੇ, ਲੇਕਿਨ ਉਹਨਾਂ ਨੇ ਕੰਮ ਗਲਤ ਕੀਤਾ ਹੈ। ਦੇਖੋ, ਸਿਆਸੀ ਦਖਲਅੰਦਾਜ਼ੀ ਕਹੋ, ਉਹਨਾਂ ਦੀ ਘੱਟ ਸਮਝੀ ਕਹੋ, ਜਾਂ ਇਨਮੈਚੁਰਿਟੀ ਕਹੋ। ਲੱਖੋਵਾਲ ਸਾਹਿਬ ਬੀਜੇਪੀ ਦੇ ਵੇਲੇ ਰਹੇ ਨੇ ਚੇਅਰਮੈਨ ਮੰਡੀ ਬੋਰਡ ਦੇ। one, ਦੂਸਰਾ ਇਹ ਹੈ ਕਿ ਇੱਕ ਗੱਲ ਸ਼ੰਕਾ ਜ਼ਾਹਰ ਕਰਦੀ ਹੈ ਕਿ ਅੱਜ ਅਖਬਾਰਾਂ 'ਚ ਬਿਆਨ ਛਪਿਆ ਕਿ ਰਕੇਸ਼ ਟਕੈਤ ਜਿਹੜੇ ਉਹਨਾਂ ਦੇ ਆਲ ਇੰਡੀਆ ਪ੍ਰੈਜ਼ੀਡੈਂਟ ਨੇ, ਉਹ ਕੱਲ ਸੁਰਜੀਤ ਕੁਮਾਰ ਜਿਆਣੀ ਨੂੰ ਮਿਲੇ ਨੇ, ਜਾਂ ਸੁਰਜੀਤ ਕੁਮਾਰ ਜਿਆਣੀ ਉਹਨਾਂ ਨੂੰ ਮਿਲਿਆ। ਇਹਦਾ ਮਤਲਬ ਬੀਜੇਪੀ ਅਗਰ ਉਹਨਾਂ ਦੇ ਪ੍ਰਧਾਨ ਪੰਜਾਬ 'ਚ ਆ ਕੇ ਬੀਜੇਪੀ ਨੂੰ ਮਿਲਦਾ ਹੈ ਤਾਂ ਸਾਡੇ ਲਈ ਇਹ ਡਾਊਟ ਕਰੇ। ਮੇਰਾ ਕਲਾਕਾਰਾਂ ਨੂੰ ਸਵਾਲ ਹੈ ਭਾਈ ਜੀ ਕਿ ਜਦੋਂ ਬਤੌਰ ਕਲਾਕਾਰ ਨਵਜੋਤ ਸਿੱਧੂ ਇੱਕ ਸ਼ੋਅ ਦੇ ਵਿੱਚ ਕੰਮ ਕਰਦੇ ਕਿਸੇ ਪਾਰਟੀ ਜਾਂਦਾ ਤਾਂ ਉਸ ਨੂੰ ਲਾਂਭੇ ਕੀਤਾ ਜਾਂਦਾ ਹੈ। ਜਦੋਂ ਕਪਲ ਸ਼ਰਮਾ ਉਹ ਇੱਕ ਟਵੀਟ ਕਰ ਦਿੰਦਾ, ਉਹਦੇ ਪਰ ਕਾਰਵਾਈ ਹੁੰਦੀ ਹੈ। ਸਾਨੂੰ ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਕਿ ਅਸੀਂ ਬੀਜੇਪੀ ਦੇ ਐਮਪੀਆਂ ਦੇ ਘਰ ਘੇਰਾਂਗੇ, ਲੀਡਰਾਂ ਦੇ ਘਰ ਘੇਰਾਂਗੇ। ਕੱਲ੍ਹ ਨੂੰ ਤੁਹਾਨੂੰ ਉਹਨਾਂ ਦੇ ਘਰਾਂ ਉੱਤੇ ਧਰਨੇ ਲਾਉਣੇ ਪੈਣੇ ਆ। ਕੋਈ ਇਹ ਡਰ ਕੋਈ ਮਨ 'ਚ ਹੋਵੇ ਕਿ ਕੱਲ੍ਹ ਸਾਡੇ ਕੋਈ ਇਹੋ ਜਿਹਾ ਐਕਸ਼ਨ ਹੋ ਸਕਦਾ, ਕੱਲ੍ਹ ਬੀਜੇਪੀ ਦੇ ਘਰਾਂ ਉੱਤੇ ਧਰਨੇ ਲਾਉਣੇ। ਜਿਹੜੇ ਆਰਟਿਸਟ ਤੁਹਾਡੇ ਨਾਲ ਅੱਜ ਖੜੇ ਨੇ, ਉਹ ਇਸ ਕਰਕੇ ਖੜੇ ਨੇ ਕਿਉਂਕਿ ਉਹਨਾਂ ਨੂੰ ਦਰਦ ਦਾ ਦੁੱਖ ਆ। ਠੀਕ ਹੈ ਜੀ, ਹੋ ਸਕਦਾ ਕੱਲ੍ਹ ਨੂੰ ਆਰਟਿਸਟਾਂ ਨੂੰ ਪ੍ਰੋਬਲਮ ਆਉਣਗੀਆਂ, ਸਾਡਾ Definitely ਆਉਣਗੀਆਂ। ਸਾਡੇ ਨਾਲ ਖੜੋਗੇ ਉਸ ਵੇਲੇ ਜੀ, ਕਿਸਾਨ ਜਥੇਬੰਦੀਆਂ ਦਾ ਸਾਡੇ ਨਾਲ ਸਾਨੂੰ ਕਿਉਂਕਿ ਸਰਕਾਰਾਂ ਵੀ ਪ੍ਰੈਸ਼ਰਾਈਜ਼ ਕਰਨਗੀਆਂ, ਸਾਨੂੰ ਹੋ ਸਕਦਾ ਏਜੰਸੀਆਂ ਵੀ ਪ੍ਰੈਸ਼ਰਾਈਜ਼ ਕਰਨਗੀਆਂ ਜਾਂ ਸਰਕਾਰਾਂ ਪ੍ਰੈਸ਼ਰ ਕਰਨਗੀਆਂ, ਸਾਨੂੰ ਦਬਾਉਣ ਦੀ ਟਰਾਈ ਕਰਨਗੀਆਂ, ਜਾਂ ਮਤਲਬ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਫਾਈਨੈਂਸ਼ੀਅਲੀ ਚਾਹੇ ਉਹ ਫਿਜ਼ੀਕਲੀ ਟਰਾਈ ਹੋ ਸਕਦੀ ਹੈ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸੋ ਮੈਂ ਰਿਕੁਐਸਟ ਵੀ ਕਰੂੰਗਾ ਸਾਡੀਆਂ ਜਥੇਬੰਦੀਆਂ ਨੂੰ ਵੀ ਉਸ ਵੇਲੇ ਜਿਵੇਂ ਅੱਜ ਆਪਾਂ ਸਾਰੇ ਇਕੱਠੇ ਖੜੇ ਹਾਂ, ਸਾਨੂੰ ਥੋੜੀ ਸਪੋਰਟ ਦੀ ਲੋੜ ਰਹੂਗੀ, ਕਿਉਂਕਿ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ, ਜੇ ਬੰਦਾ ਇਕੱਲਾ ਰਹਿ ਜਾਊ ਤਾਂ ਮਾਰਿਆ ਜਾਊ। ਜੇ ਤੁਸੀਂ ਨਾਲ ਹੋਵੋਗੇ ਤਾਂ ਫਿਰ ਇਹ ਪ੍ਰੋਬਲਮ ਨਹੀਂ ਆਊਗੀ। ਜਿਹੜਾ ਸਵਾਲ ਇਹ ਹੈ ਨਾ, ਇਹਨੂੰ ਦੇਖੋ ਗੰਭੀਰਤਾ ਨਾਲ ਇਸ ਪਾਸੇ ਲੈਣਾ ਚਾਹੀਦਾ ਕਿ ਜਿਹੜਾ ਕਲਾਕਾਰ ਹੈ, ਗੀਤਕਾਰ ਹੈ, ਕੋਈ ਕਲਮ ਦਾ ਲਿਖਾਰੀ ਹੈ, ਉਹ ਕਿਸੇ ਕਿੱਤੇ ਨਾਲ ਵੱਖਰਾ ਹੀ ਜੁੜਿਆ ਹੋਇਆ ਹੁੰਦਾ, ਉਹ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਹੁੰਦਾ। ਅਗਰ ਕੋਈ ਕਲਾਕਾਰ ਇਹ ਮੰਨ ਕੇ ਚੱਲੂਗਾ ਕਿ ਮੈਂ ਫਲਾਨੀ ਪਾਰਟੀ ਦਾ ਤੇ ਮੈਂ ਉਹ ਕਲਾਕਾਰ ਹਾਂ, ਨਹੀਂ, ਉਹਨੂੰ ਲੋਕ ਪਸੰਦ ਨਹੀਂ ਕਰਨਗੇ। ਇਹ ਸਾਰੀ ਕੋਈ ਵੀ ਖਿਡਾਰੀ ਹੈ, ਕੋਈ ਕਲਾਕਾਰ ਹੈ, ਉਹ ਲੋਕਾਂ ਦਾ ਬਣ ਕੇ ਹੀ ਆਪਣੀ ਕਲਾ ਦਿਖਾਉਂਦਾ ਹੁੰਦਾ, ਤਾਂ ਹੀ ਲੋਕ ਉਹਨੂੰ ਪਸੰਦ ਕਰਦੇ ਹੁੰਦੇ ਆ। ਅਸੀਂ ਸਮਝਦੇ ਹਾਂ ਕਿ ਜਿਹੜੀ ਕਲਮ ਹੈ ਉਹ ਜੇ ਤਲਵਾਰ ਨਾਲੋਂ ਤਿੱਖੀ ਹੈ, ਤਾਂ ਜਿਹੜੇ ਸਾਡੇ ਗੀਤਕਾਰਾਂ ਦੇ ਬੋਲ ਹੈ, ਕਲਾਕਾਰਾਂ ਦੀ ਕਲਾ ਹੈ, ਇਹ ਕਦੇ ਵੱਡਾ ਹਮਲਾ ਕਰ ਸਕਦੀ ਹੈ ਆਪਣੀ ਜ਼ਬਾਨ ਦੇ ਵਿੱਚੋਂ ਉਹਨਾਂ ਲੋਕਾਂ ਦੇ ਪੱਖ ਦੇ ਵਿੱਚ ਖੜਨ ਦਾ। ਮੈਨੂੰ ਲੱਗਦਾ ਜੇ ਇਹੀ ਪ੍ਰੋਬਲਮ ਕੋਈ ਨਹੀਂ ਆਊਗੀ। ਅਗਰ ਜੇ ਕੋਈ ਆਊਗੀ, ਅਸੀਂ ਬੈਠ ਕੇ ਵਿਚਾਰਾਂਗੇ,
ਅਗਲੀ ਮੀਟਿੰਗ ਹੋ ਰਹੀ ਆ 15 ਤਰੀਕ ਦੀ, ਉਸ ਤੋਂ ਬਾਅਦ ਵੀ ਮੀਟਿੰਗਾਂ ਕਰਾਂਗੇ। ਸਾਨੂੰ ਲੱਗਦਾ ਕਿਹੋ ਜਿਹੀ ਪ੍ਰੋਬਲਮ ਆਈ ਆ ਅਸੀਂ ਬੈਠ ਕੇ ਹੱਲ ਕਰਾਂਗੇ, ਐਡੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਦੇਖੋ ਜੀ ਇੱਕ ਅਕਸਰ ਸਵਾਲ 2017 ਦੇ ਇਲੈਕਸ਼ਨ 'ਚ ਦੇਖਿਆ ਗਿਆ ਹੈ ਕਿ ਕਲਾਕਾਰਾਂ ਨੂੰ ਮੈਂ ਕਹਿੰਦਾ ਇੱਕ ਰਾਜਨੀਤਿਕ ਬੰਗਾਰ ਹੀ ਹੁੰਦੀ ਹੈ ਵੀ ਜਿਹੜੀ ਉਹ ਭੁਗਤਦੇ ਨੇ ਇਲੈਕਸ਼ਨ 'ਚ ਜਾ ਕੇ। 2022 ਦੇ ਇਲੈਕਸ਼ਨ ਆਉਣ ਵਾਲੇ ਨੇ, ਰਾਜਨੀਤਿਕ ਪਾਰਟੀਆਂ ਦੁਬਾਰਾ ਕਹਿਣੀਆਂ ਕਿ ਮੇਰੇ ਲਈ ਆ ਕੇ ਪ੍ਰਚਾਰ ਕਰ, ਕੀ ਕਲਾਕਾਰ 2022 ਦੇ ਇਲੈਕਸ਼ਨ 'ਚ ਪਹੁੰਚਣਗੇ ਕਿ ਨਹੀਂ, ਪਹਿਲਾ ਸਵਾਲ। ਦੂਸਰੀ ਗੱਲ ਇਹ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਇਆ ਜਾਂਦਾ ਤਾਂ ਅਸੀਂ ਕਾਂਗਰਸ ਦੇ ਘਰ ਘੇਰਾਂਗੇ। ਤਾਂ ਬੀਜੇਪੀ ਦੇ ਘਰਾਂ ਦੇ ਅੱਗੇ ਕਲਾਕਾਰਾਂ ਨੂੰ ਅਸੀਂ ਦੇਖ ਚੁੱਕੇ ਹਾਂ, ਤਾਂ ਕੀ ਕਲਾਕਾਰ ਕੱਲ੍ਹ ਨੂੰ ਜੇ ਮੁੱਖ ਮੰਤਰੀ ਦੀ ਗੁੱਡੀ ਘੇਰਨੀ ਪੈਂਦੀ ਹੈ ਜਾਂ ਕਾਂਗਰਸੀ ਲੀਡਰਾਂ ਦੇ ਘਰ ਘੇਰਨੇ ਪੈਂਦੇ ਤਾਂ ਉਹਦੇ ਲਈ ਤਿਆਰ ਨੇ? ਜੀ ਬਿਲਕੁਲ, ਜਿੱਦਾਂ ਅਸੀਂ ਜਦੋਂ ਹੁਣ ਇੱਕ ਹੀ ਕਰ ਲਿਆ ਜੀ, ਜਥੇਬੰਦੀਆਂ ਨੂੰ ਪੂਰੇ ਤੌਰ ਤੇ ਸਮਰਥਨ ਦਿੱਤਾ, ਜਿਹੜੀ ਇਹਨਾਂ ਦੀ ਕਾਲ ਹੋਊਗੀ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਚੱਲਾਂਗੇ ਜਿੱਥੇ ਤੱਕ ਵੀ ਜਾਣਾ ਪਿਆ। ਕਿਉਂਕਿ ਜੇ ਅੱਜ ਘਰੋਂ ਨਿਕਲੇ ਆ ਤਾਂ ਇਹ ਕਹਿ ਕੇ ਨਿਕਲੇ ਆ ਵੀ ਹੁਣ ਇਹ ਲੜਾਈ ਸਾਡੀ ਹੋਂਦ ਦੀ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੈ, ਸਾਡੇ ਪੰਜਾਬ ਦੀ ਹੈ, ਤਾਂ ਪੰਜਾਬ ਲਈ ਕੁਝ ਵੀ ਕਰਨ ਤੱਕ ਜਿੱਥੇ ਤੱਕ ਜਾਇਆ ਗਿਆ ਉੱਥੇ ਤੱਕ ਜਾਵਾਂਗੇ ਜੀ। ਦੂਸਰਾ ਸਵਾਲ ਜੋ 2022 ਦੇ ਇਲੈਕਸ਼ਨ ਨੂੰ ਲੈ ਕੇ ਸੀ ਕਿ ਕਿਤੇ ਨਾ ਕਿਤੇ ਅੱਜ ਅਸੀਂ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਕਹਿ ਰਹੇ ਹਾਂ ਉਹਦੇ 'ਚ ਸਾਡੇ ਹੱਕ ਵਿੱਚ ਨਹੀਂ ਹੈ, ਤਾਂ ਆਉਣ ਵਾਲੇ ਇਲੈਕਸ਼ਨ ਦੇ ਟਾਈਮ 'ਚ ਕੋਈ ਕਲਾਕਾਰ ਰਾਜਨੀਤਿਕ ਪਾਰਟੀਆਂ ਨਾਲ ਖੜਾ ਤਾਂ ਨਹੀਂ ਨਜ਼ਰ ਆਇਆ? ਉਹਦੇ 'ਚ ਦੇਖੋ, ਮੈਂ ਉੱਥੇ ਆਪ ਦਾ ਪੱਖ ਕਲੀਅਰ ਕਰ ਦਵਾਂ ਕਿ ਮੈਂ ਕਦੇ ਵੀ ਕਿਸੇ ਇਦਾਂ ਦੀ, ਕਲਾਕਾਰਾਂ ਦਾ ਪੱਖ ਜਾਣਨਾ ਚਾਹੁੰਦਾ ਮੈਂ। ਜਸਵਾਜ ਦੇਖੋ ਉੱਥੇ ਬਾਈ ਜੀ ਅੱਜ ਜਿੰਨੇ ਭਰਾ ਬੈਠੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਜਾਂਦੇ ਨੇ, ਉਹ ਬਾਕੀ ਸਾਰਿਆਂ ਵੱਲੋਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਕੋਈ ਜਾਣਗੇ। ਕੱਲ ਨੂੰ ਕੋਈ ਚਲੇ ਜਾਵੇ ਤਾਂ ਤੁਸੀਂ ਮੈਨੂੰ ਸਵਾਲ ਕਰੋ, ਮੈਂ ਆਪ ਦੀ ਗੱਲ ਕਲੀਅਰ ਕਰ ਸਕਦਾ ਵੀ ਮੈਂ ਨਹੀਂ ਜਾਊਂਗਾ ਜੀ। ਦੇਖੋ ਜੀ ਇੱਕ ਮਿੰਟ ਮਾੜਾ ਮੈਨੂੰ 1 ਮਿੰਟ ਲੈਣਾ ਮੈਂ। ਦੀਪ ਸਿੱਧੂ ਵਾਲਾ ਸਵਾਲ ਆਇਆ ਇੱਥੇ, ਤੁਸੀਂ ਕੀਤਾ ਪ੍ਰੈਸ ਵਾਲਿਆਂ ਨੇ। ਅਸੀਂ ਬਹੁਤ ਗੰਭੀਰਤਾ ਨਾਲ ਜਿਹੜੀ ਪਹਿਲਾਂ ਮੀਟਿੰਗ ਹੋਈ ਆ ਸਾਡੀ, ਉਹਦੇ ਵਿੱਚ ਅਸੀਂ ਇਹ ਵਿਚਾਰਿਆ ਜੋ ਦੀਪ ਸਿੱਧੂ ਨੇ ਵੱਖਰੇ ਤੌਰ ਤੇ ਇੱਥੇ ਸ਼ੰਭੂ ਜਿਹੜਾ ਆਪਣਾ ਲਾਇਆ ਧਰਨਾ ਲਾਇਆ, ਇਕੱਲਾ ਧਰਨੇ ਨਹੀਂ ਲਾਇਆ, ਉਹਨੇ ਕਿਸਾਨ ਲੀਡਰਸ਼ਿਪ ਤੇ ਬਹੁਤ ਗੈਰ ਗੰਭੀਰ ਸਵਾਲ ਕੀਤੇ ਹੈ ਵੀ ਤੁਸੀਂ ਗੁਪਤ ਮੀਟਿੰਗਾਂ ਕਰਦੇ ਹੋ, ਤੁਸੀਂ ਸਮਝੌਤਾ ਅੰਦਰ ਖਾਤੇ ਸਮਝੌਤੇ ਕਰਦੇ ਹੋ, ਤੁਸੀਂ ਇਕੱਲੇ MSP ਤੇ ਖੜੇ ਹੋ। ਇਹਨਾਂ ਗੱਲਾਂ ਨੂੰ ਅਸੀਂ ਸਮਝਦੇ ਹਾਂ ਵੀ ਉਹ ਸਾਨੂੰ ਕਮਾਂਡ ਕਰਨਾ ਚਾਹੁੰਦਾ ਹੈ। ਇਹਨੇ ਇਹ ਗੱਲਾਂ ਦੀ ਨਿਖੇਧੀ ਕੀਤੀ ਹੈ ਸਾਰੀ ਮੀਟਿੰਗ ਨੇ ਸਾਡੀ ਨੇ, ਤੇ ਕਿਹਾ ਵੀ ਅਸਲ ਵਿੱਚ ਵੀ ਉਹਦਾ ਜਿਹੜਾ ਪਹਿਲਾਂ ਉਹਨੇ ਕਮਿਟਮੈਂਟ ਕੀਤੀ ਸੀ ਪਹਿਲੀ ਮੀਟਿੰਗ ਵੇਲੇ, ਉਹ ਆਪਦੀ ਕਮਿਟਮੈਂਟ ਤੇ ਨਹੀਂ ਰਿਹਾ। ਅਸੀਂ ਉਹਦੀ ਨਿਖੇਧੀ ਕੀਤੀ ਹੈ, ਮਤਾ ਪਾਇਆ। ਪਰ ਜਿਹੜੇ ਦੂਸਰੇ ਆਹ ਸਾਰੇ ਗੀਤਕਾਰ ਬੈਠੇ ਨੇ, ਉਹਨਾਂ ਦਾ ਗੀਤਕਾਰਾਂ ਦਾ ਭਾਈਚਾਰਾ ਬੈਠਾ, ਮੇਨ ਆਗੂ ਬੈਠੇ ਨੇ, ਇਹਨਾਂ ਦੀ ਅਸੀਂ ਪ੍ਰਸ਼ੰਸਾ ਕੀਤੀ ਹੈ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਉਹ ਦੀਪ ਸਿੱਧੂ ਦੇ ਮਗਰ ਨਹੀਂ ਗਏ, ਇਹ ਉਹਨਾਂ ਨਾਲੋਂ ਉਹਦੇ ਧਰਨੇ 'ਚ ਨਹੀਂ ਗਏ, ਉਹਦੇ ਨਾਲ ਤੋੜ ਨਖੇੜਾ ਕੀਤਾ। ਸੋ ਜੋ ਇਹਨਾਂ ਨੇ ਸਾਡਾ ਪਰਨ ਨਿਭਾਇਆ, ਤਾਂ ਕੱਲ ਨੂੰ ਜੇ ਇਹਨਾਂ ਤੇ ਜਦੋਂ ਇਹ ਸਾਡੇ ਵਰਗੇ ਤਿੱਖੇ ਐਕਸ਼ਨਾਂ ਦੇ ਵਿੱਚ ਸਰਕਾਰ ਦੇ ਨਾਲ ਆਉਣਗੇ ਤਾਂ ਪੁਲਿਸ ਵੀ, ਪ੍ਰਸ਼ਾਸਨ ਵੀ, ਸਰਕਾਰ ਵੀ ਇਹਨਾਂ ਤੇ ਬਦਲੇ ਦੀ ਭਾਵਨਾ ਨਾਲ ਹੀ ਕੋਈ ਕਾਰਵਾਈ ਕਰ ਸਕਦੀ। ਤੇ ਅਸੀਂ ਖੜਾਂਗੇ ਜੇ ਇਹਨਾਂ ਦੇ ਬਦਲੇ ਦੇ ਭਾਵਨਾ ਨਾਲ ਕੋਈ ਕਾਰਵਾਈ ਹੋਊਗੀ ਉਹ ਸਾਡੇ ਖਿਲਾਫ ਹੋਊਗੀ। ਬਹੁਤ ਵਧੀਆ, ਕਿਸਾਨ ਜਥੇਬੰਦੀਆਂ ਉਹਦੀਆਂ ਡਟ ਕੇ ਖੜਨੀਆਂ। ਬਹੁਤ ਅੱਛੇ, ਬਹੁਤ ਆਪਣੀ ਨਿੱਜੀ ਰਾਜਨੀਤੀ ਚਮਕਾਉਂਦਾ ਜਾਂ ਫਿਰ ਇਸ ਧਰਨੇ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਬਜ਼ੁਰਗਾਂ ਦੇ ਨਾਤੇ ਹੋਣ ਦੇ ਨਾਤੇ ਜਾਂ ਫਿਰ ਤੁਸੀਂ ਬਹੁਤ ਵਾਰ ਬੰਦੇ ਹੋਣ ਦੇ ਨਾਤੇ ਖੁੰਝਾ ਖੜਕਾਉਣ ਲਈ ਤਿਆਰ ਹੈ ਕਿ ਕੋਈ ਐਸਾ ਬੰਦਾ ਜਿਹੜਾ ਡੀਰੇਲ ਕਰੂਗਾ ਤੇ ਕਰ ਖੜਕਾਤਾ ਜੀ। ਦੇਖੋ ਹਰ ਕਿਸੇ ਦਾ ਡੈਮੋਕ੍ਰੈਟਿਕ ਹੱਕ ਹੈ, ਉਹ ਇਸ ਐਜੀਟੇਸ਼ਨ ਦੇ ਵਿੱਚ ਆ ਕੇ ਉਹਦੀ ਸਪੋਰਟ ਕਰਦਾ, ਵਿੱਚ ਆ ਕੇ ਸ਼ਾਮਲ ਹੁੰਦਾ, ਜੇ ਵੱਖਰਾ ਕਰਦਾ। ਦੇਖੋ ਇਹ ਬੜਾ ਵੱਡਾ ਸਵਾਲ ਨਹੀਂ ਹੈ, ਜੇ ਦੀਪ ਸਿੱਧੂ ਨੇ ਵੱਖਰੇ ਤੌਰ ਤੇ ਲਾ ਲਿਆ ਤਾਂ ਕੋਈ ਐਡੀ ਗੱਲ ਨਹੀਂ ਹੈ, ਕਿਉਂਕਿ ਐਜੀਟੇਸ਼ਨ ਦੀ ਤਾਂ ਸਪੋਰਟ ਹੈ ਨਾ। ਅਗਰ ਇਹ ਵਿਰੋਧ ਨਹੀਂ ਹੈ ਉਸ ਕਿਸਮ ਦਾ, ਡੈਮੋਕ੍ਰੇਸੀ ਹੈ ਇਹ। ਅਗਲਾ ਸਵਾਲ ਜਿਹੜਾ ਤੁਸੀਂ ਇਲੈਕਸ਼ਨ ਵਾਲਾ 2022 ਦੀਆਂ ਵਾਲਾ ਕਰ ਰਹੇ ਹੋ, ਮੇਰਾ ਖਿਆਲ ਜਿੰਨੇ ਕਲਾਕਾਰ ਸਾਡੇ ਬੇਟੇ ਆ, ਸਾਡੇ ਧੀਆਂ ਪੁੱਤ ਆਏ ਆ, ਉਹ ਸਾਡੀ ਐਜੀਟੇਸ਼ਨ ਦੀ ਸਪੋਰਟ ਤੇ ਆਇਆ, ਨਾ ਕਿ ਕਿਸੇ ਪਾਰਟੀ ਦੀ। ਪੋਲੀਟੀਕਲ ਸਵਾਲ ਅਸੀਂ ਨਾ ਕਰੀਏ, ਦੇਖਾਂਗੇ ਜਦੋਂ 2022 ਦੀਆਂ ਚੋਣਾਂ ਆਉਣਗੀਆਂ। ਕਿਸਾਨ ਜਥੇਬੰਦੀ ਸਾਂਝੀ ਤਾਲਮੇਲ ਕਮੇਟੀ ਹੈ, ਸੰਘਰਸ਼ ਕਮੇਟੀ ਹੈ, ਉਹਦੇ ਵਿੱਚ ਕਲਾਕਾਰਾਂ ਦੇ ਨੁਮਾਇੰਦੇ ਲੈ ਰਹੇ ਸੰਘਰਸ਼ ਕਮੇਟੀ ਜਦੋਂ ਗੁਰਪ੍ਰੀਤ ਦੇਖੋ ਅਸੀਂ ਅਗਲੀ ਮੀਟਿੰਗ ਦੇ ਵਿੱਚ ਸੰਘਰਸ਼ ਕਮੇਟੀ ਦੇ ਜਿਵੇਂ ਪਹਿਲਾਂ ਸਾਡੇ ਨੁਮਾਇੰਦੇ ਨੇ ਕਿਹਾ ਕਿ ਪਹਿਲਾਂ ਗਲਤਫਹਿਮੀ ਚਲੀ ਗਈ ਸੀ ਕਿ ਹੁਣ 14 ਮਤਲਬ 7 ਨੁਮਾਇੰਦੇ ਇਹਨਾਂ ਦੇ ਹੋਣਗੇ, 7 ਸਾਡੇ ਹੋਣਗੇ, ਉਹ ਐਜੀਟੇਸ਼ਨ ਚਲਾਉਣਗੇ। ਦੇਖੋ ਸਾਡਾ ਇੱਕ ਵੱਡਾ ਤਜਰਬਾ, ਅਸੀਂ ਘੋਲਾਂ ਦੇ ਵਿੱਚ ਦੀ ਲੰਘੇ ਹੋਏ ਆ, ਅਸੀਂ ਇੱਕ ਜਥੇਬੰਦੀਆਂ, ਇਹ ਇਕੱਲੇ ਵਿਅਕਤੀ ਹੈ। ਇਹ ਠੀਕ ਹੈ ਕਿ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ, ਇਹਨਾਂ ਦਾ ਘੋਲਾਂ ਦਾ ਤਜਰਬਾ ਨਹੀਂ ਹੈ, ਇਹਨਾਂ ਦਾ ਗਾਉਣ ਦਾ ਤਜਰਬਾ, ਇਹਨਾਂ ਦੀ ਕਲਾਕਾਰੀ ਦਾ ਤਜਰਬਾ ਹੈ। ਇਸ ਕਰਕੇ ਇਹਨਾਂ ਨੇ ਅੱਜ ਫੇਰ ਰੱਖਿਆ ਕਿ 2 ਨੁਮਾਇੰਦੇ ਸਾਡੇ ਨਾਲ ਗੱਲਬਾਤ ਅਸੀਂ ਕਿਹਦੇ ਨਾਲ ਕਰੀਏ, ਠੀਕ ਹੈ ਇਹਨਾਂ ਦੀ ਗੱਲ, ਸਾਡੇ ਚੋਂ ਕਿਹਦੇ ਨਾਲ ਕਰਨੇ, ਇਹਨਾਂ ਚੋਂ ਅਸੀਂ ਕਿਹਦੇ ਨਾਲ ਕਰੀਏ, ਤਾਲਮੇਲ ਕਿਵੇਂ ਵਹਾਈਏ। ਉਹ ਤਾਲਮੇਲ ਕਰਨ ਦੇ ਲਈ 2 ਮੈਂਬਰੀ ਇਹਨਾਂ ਦੀ ਜਿਹੜੀ ਕਮੇਟੀ ਆ, ਅਸੀਂ 15 ਵਾਲੀ ਮੀਟਿੰਗ ਦੇ ਵਿੱਚ ਉਹਨੂੰ ਵਿਚਾਰ ਕੇ ਅਗਲਾ ਫੈਸਲਾ ਫੇਰ ਸੁਣਾਵਾਂਗੇ। ਫਿਲਹਾਲ 1 ਹਫ਼ਤਾ ਅਸੀਂ ਇਹਨੂੰ ਤਜਰਬੇ ਦੇ ਤੌਰ ਤੇ
ਕਿ ਕਿੰਨਾ ਕੁ ਸਾਡਾ ਇਕੱਠਾ ਚੱਲ ਰਿਹਾ ਹੈ, ਕਿੰਨਾ ਕੁ ਸਹਿਯੋਗ ਸਾਨੂੰ ਇਹ ਦਿੰਦੇ ਆ। ਇੱਕ ਅਸੀਂ ਤਜਰਬਾ ਕਰ ਰਹੇ ਹਾਂ 1 ਹਫ਼ਤੇ ਦਾ, ਉਸ ਤੋਂ ਬਾਅਦ ਅੱਗੇ ਫੇਰ ਚੱਲਾਂਗੇ ਜੀ। ਉਦੋਂ ਤੱਕ ਅੱਛਾ ਦੇਖੋ, ਇੱਕ ਤਾਂ ਗੱਲ ਮੈਂ ਪਹਿਲੀ ਕਲੀਅਰ ਕਰ ਦਵਾਂ, ਪਹਿਲੀ ਕਲੀਅਰ ਕਰ ਦਵਾਂ। ਦੇਖੋ ਗਾਉਣੇ ਵਾਲੇ ਦਾ ਤਾਂ ਕੰਮ ਜਿਹੜਾ ਚੱਲਣਾ ਹੈ, ਰੁਜ਼ਗਾਰ ਸਾਡਾ ਹੈਗਾ ਪ੍ਰੋਗਰਾਮ ਹੀ ਨੇ, ਸਾਡੇ ਕੋਲ ਤਾਂ ਸ਼ੋਅ ਨੇ ਜੀ, ਸਾਨੂੰ ਉਹਨਾਂ ਨੂੰ ਉਹ ਪੇਡ ਕਰਦੇ ਆ। ਹਾਂ, ਜੇ ਅਸੀਂ ਉਸ ਮੰਚ ਤੋਂ ਖੜੇ ਹੋ ਕੇ ਇਹ ਕਹੀਏ ਵੀ ਬਾਈ ਜੀ ਤੁਸੀਂ ਇਹਨਾਂ ਨੂੰ ਵੋਟਾਂ ਪਾਓ, ਫਿਰ ਤਾਂ ਇਹ ਤੁਹਾਡਾ ਸਵਾਲ ਬਣਦਾ ਹੈ ਕਿ ਤੁਸੀਂ ਉਹਨਾਂ ਦੇ ਪੱਖ 'ਚ ਜਾ ਕੇ ਖੜੇ ਹੋ। ਜੇ ਸਾਨੂੰ ਉੱਥੇ ਸਿਰਫ ਗਾਉਣ ਲਈ ਬੁਲਾਇਆ ਜਾਊਗਾ ਤਾਂ ਅਸੀਂ ਗਾਉਣ ਲਈ ਜਾਵਾਂਗੇ, ਪਰ ਅਸੀਂ ਕਦੇ ਵੀ ਨਿੱਜੀ ਤੌਰ ਤੇ ਕਿਸੇ ਬੰਦੇ ਨੂੰ ਇਹ ਨਹੀਂ ਕਵਾਂਗੇ ਜੀ ਤੁਸੀਂ ਇਹ ਸਾਡੇ ਭਰਾ ਨੇ ਜਾਂ ਇਹ ਸਾਡੇ ਆ ਫਲਾਣੀ ਪਾਰਟੀ ਨੇ, ਤੁਸੀਂ ਇਹਨਾਂ ਨੂੰ ਵੋਟਾਂ ਪਾਓ। ਪਹਿਲੀ ਗੱਲ ਆ, ਮੈਂ ਤਾਂ ਬਿਲਕੁਲ ਨਹੀਂ ਕਹੂੰਗਾ। ਦੂਜੀ ਗੱਲ ਇਹ ਆ ਵੀ ਜਿਹੜੀ ਪਹਿਲੀ ਕਾਂਗਰਸ ਦੀ ਰੈਲੀ ਵਾਲੀ ਤੁਸੀਂ ਗੱਲ ਕੀਤੀ ਆ, ਉਦੋਂ ਤੱਕ ਅਸੀਂ ਪ੍ਰੋਪਰ ਤੌਰ ਤੇ ਸਾਡੀ ਇੰਡਸਟਰੀ ਨੇ ਜਥੇਬੰਦੀਆਂ ਨੂੰ ਸਮਰਥਨ ਨਹੀਂ ਦਿੱਤਾ ਸੀਗਾ। ਹੁਣ ਅਸੀਂ ਜਥੇਬੰਦੀਆਂ ਨੂੰ ਜਿਸ ਦਿਨ ਦਾ ਸਮਰਥਨ ਦਿੱਤਾ ਹੈ, ਉਦੋਂ ਤੱਕ ਇਹ ਨਿਭਾਉਂਦੇ ਆ ਰਹੇ ਆ। ਹੁਣ ਅੱਗੇ ਵੀ 15 ਤਰੀਕ ਤੱਕ ਸਾਡੀ ਸਾਰਿਆਂ ਨੇ ਜਿਹੜੀ ਰਾਏ ਕੀਤੀ ਹੈ, ਜਥੇਬੰਦੀਆਂ ਨੇ ਜਿਹੜੀ ਕਾਲ ਦਿੱਤੀ ਹੈ, ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਖੜਾਂਗੇ ਜੀ। 15 ਨੂੰ ਜੀ। ਮੇਰਾ ਸਵਾਲ ਹੈ ਦੀਪ ਸਿੱਧੂ ਨੇ ਕਿਹਾ ਸੀ ਕਿ ਸਿੰਗਰਾਂ ਨੇ ਗਵਈਆਂ ਨੇ ਮੇਰਾ ਬਾਈਕਾਟ ਕੀਤਾ ਹੈ, ਪਹਿਲਾ ਸਵਾਲ। ਦੂਜਾ ਸਵਾਲ ਕਿ ਜਿਵੇਂ ਇੱਕ ਜਥੇਬੰਦੀ ਸੁਪਰੀਮ ਕੋਰਟ ਗਈ ਹੈ, ਇਹਨਾਂ ਵੱਲੋਂ ਸਸਪੈਂਸ਼ਨ ਔਰ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ, ਕੀ ਦੀਪ ਸਿੱਧੂ ਵੀ ਅਲੱਗ ਕਹੇ ਨੇ ਕਿ ਤੁਹਾਡੇ ਵੱਲੋਂ ਵੀ ਕੋਈ ਅਜਿਹੀ ਗੱਲ ਸੋਚੀ ਜਾ ਰਹੀ ਹੈ, ਵਿਚਾਰੀ ਜਾ ਰਹੀ ਹੈ? ਨਹੀਂ, ਬਿਲਕੁਲ ਜੀ। ਅਸੀਂ ਬਾਈ ਜੀ ਮੈਂ ਜਵਾਬ ਜਸ ਇੱਕ ਮਿੰਟ ਮੈਨੂੰ ਦੇਖੋ, ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਪ੍ਰਧਾਨ ਜੀ ਨੇ ਬੋਲਿਆ ਕਿ ਉਹ ਜੇ ਧਰਨਾ ਲਾ ਕੇ ਬੈਠੇ ਨੇ ਤਾਂ ਮੰਗਾਂ ਲਈ ਉਹ ਬੈਠੇ ਨੇ। ਇੱਕ ਮਿੰਟ, ਉਹਨਾਂ ਦਾ ਮੋਟਿਵ ਤੇ ਉਹਨਾਂ ਦਾ ਨਿਸ਼ਾਨਾ ਜੋ ਹੈ ਉਹ ਬੇਸ਼ੱਕ ਵੱਖਰੇ ਨੇ। ਉਹ ਸਾਡੇ ਨਾਲ ਸਵਾਲ ਸੀ ਕਿ ਸਿੰਗਰਾਂ ਨੇ ਬਾਈਕਾਟ ਨਹੀਂ ਕੀਤਾ। ਬਾਈਕਾਟ ਅਸੀਂ ਨਾ ਤਾਂ ਦੇਖੋ ਬਾਈ ਜੀ ਉਹਦਾ ਬਾਈਕਾਟ ਕੀਤਾ ਭਰਾ ਦਾ, ਉਹ ਵੀ ਸਾਡਾ ਭਰਾ ਹੈ, ਉਹ ਵੀ ਘਰੋਂ ਸੰਘਰਸ਼ ਕਰਨ ਲਈ ਨਿਕਲਿਆ ਹੈ ਤੇ ਵਿਚਾਰਕ ਮਤਭੇਦ ਮਾੜੇ ਮੋਟੇ ਨੇ, ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਅਗਲੇ ਹਫ਼ਤੇ ਤੱਕ ਸਾਡੀ ਕੋਸ਼ਿਸ਼ ਹੈ ਅਸੀਂ ਗੱਲਬਾਤ ਦੇ ਜਰੀਏ ਉਹ ਵੀ ਕਲੀਅਰ ਕਰ ਲਈਏ। ਸੋ ਦੂਜੀ ਗੱਲ ਇਹ ਆ ਵੀ ਜਿਹੜੀ ਜਥੇਬੰਦੀ ਨੇ ਉਹ ਪਟੀਸ਼ਨ ਪਾਈ ਹੈ, ਉਹ ਪ੍ਰਧਾਨ ਸਾਹਿਬ ਨੇ ਜਵਾਬ ਦੇ ਦਿੱਤਾ ਕਿ ਇਹਨਾਂ ਨੇ ਜੋ ਵੀ ਡਿਸੀਜਨ ਲਿਆ ਉਹਨਾਂ ਨੂੰ ਸਸਪੈਂਡ ਕਰਤਾ, ਤੇ ਅਗਲੀ ਗੱਲਬਾਤ ਹੈ ਜਿਹੜੀ ਉਹ ਤੁਹਾਨੂੰ ਉਹਨਾਂ ਬਾਰੇ ਪ੍ਰਧਾਨ ਸਾਹਿਬ ਦੱਸਣਗੇ। ਇੱਕ ਸਵਾਲ ਹੈ ਕਿ ਜਿੱਥੇ ਸ਼ੰਭੂ ਬਾਰਡਰ ਦੇ ਚੀਫ ਨੇ ਧਰਨਾ ਲਾਇਆ, ਉੱਥੇ ਨਾਲ ਇੱਕ ਹੋਰ ਪਾਰਟੀ ਨੇ ਧਰਨਾ ਲਾਇਆ ਹੋਇਆ, ਜੋ ਕਿਹੜੀ ਪਾਰਟੀ? ਖਾਲਿਸਤਾਨ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਧਰਨਾ ਲਾਇਆ। ਉਹ ਖਾਲਿਸਤਾਨ ਦਾ ਨਾਂ ਲੈਂਦੀ ਆ, ਬਾਹਰੋਂ ਵੀ ਅਜਿਹੇ ਬਿਆਨ ਆ ਰਹੇ ਨੇ ਕਿ ਝੰਡੇ ਚਲਾ ਦਿਓ, ਇੰਨੇ ਡਾਲਰ ਦੇਵਾਂਗੇ। ਸਿੰਗਰਾਂ ਦਾ ਕੀ ਨਜ਼ਰੀਆ ਆ? ਸਿੰਗਰ ਅਜਿਹੇ ਬਿਆਨਾਂ ਨੂੰ ਕਿਵੇਂ ਦੇਖਦੇ ਨੇ, ਜਾਂ ਜੋ ਇਹ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਕਰਦੇ ਆ ਬਾਹਰੋਂ, ਉਹਦੇ ਲਈ ਕੀ ਇਹਦੇ ਨਾਲ ਜੁੜਾ ਸਵਾਲ ਹੈ। ਦਰਅਸਲ ਕਿਸਾਨ ਜਿਹੜੇ ਅੰਦੋਲਨ ਹੋ ਰਹੇ ਨੇ, ਇਸ ਤੇ ਬਾਹਰਲੀ ਤਾਕਤਾਂ ਨਜ਼ਰ ਗੜਾਏ ਹੋਏ ਨੇ ਕਿ ਮਾਹੌਲ ਖਰਾਬ ਹੋ ਸਕੇ ਕਿਤੇ ਖਾਲਿਸਤਾਨ ਦੇ ਨਾਂ ਤੇ, ਜਾਂ ਫਿਰ ਜਿਸ ਤਰ੍ਹਾਂ ਨਾਲ ਝੰਡੇ ਲੈ ਕੇ ਪ੍ਰਲੋਭਨ ਦਿੱਤਾ ਜਾ ਰਿਹਾ ਕਿ ਆਪਾਂ $10,000 ਦੇਵਾਂਗੇ ਜੇ ਕੋਈ ਉੱਥੇ ਖਾਲਿਸਤਾਨ ਦਾ ਝੰਡਾ ਲਾਉਂਦਾ। ਅੱਛਾ, ਜਿਹੜਾ ਦੂਜਾ ਇਦਾਂ ਦੀ ਜਿਹੜੀ $10,000 ਵਾਲੀ ਗੱਲ ਹੈ ਜੀ, ਮੇਰੇ ਤੱਕ ਤਾਂ ਹਲੇ ਤੱਕ ਮੇਰੇ ਤੱਕ ਨਹੀਂ ਪਹੁੰਚੀ, ਪਰ ਧਰਨਾ ਜਿਹੜਾ ਉੱਥੇ ਜਿਹੜਾ ਸਾਡੇ ਤੋਂ ਅਲੱਗ ਹੋ ਕੇ ਭਰਾ ਨੇ ਸਾਡੇ ਨੇ ਲਾਇਆ, ਮੈਨੂੰ ਉਹਦੇ ਬਾਰੇ ਨੌਲੇਜ ਆ। ਬਾਕੀ ਕਿਸੇ ਪਾਰਟੀ ਦਾ ਉੱਥੇ ਧਰਨਾ ਹੈ, ਮੈਨੂੰ ਉਹਦੇ ਬਾਰੇ ਹਲੇ ਤੱਕ ਕੋਈ ਇਨਫੋਰਮੇਸ਼ਨ ਹੈ ਨਹੀਂ ਗੀ ਜੀ। ਨਹੀਂ, ਜਿਹੜਾ ਦੇਖੋ ਇੱਕ ਮਿੰਟ ਦਰਸ਼ਨਪਾਲ, ਇੱਕ ਮਿੰਟ ਪ੍ਰੈਸ ਨੂੰ ਨਾ ਇਹ ਬੜਾ ਫਿਕਰ ਨਹੀਂ ਕਰਨਾ ਚਾਹੀਦਾ। ਅਸੀਂ ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਪ੍ਰੋਗਰਾਮ ਚਲਾ ਰਹੇ ਹਾਂ, ਸਾਰਾ ਸਾਡੀ ਬਿਆਨਤਬੰਦੀ ਹੈ। ਐਵੇਂ ਇੱਥੇ ਖਾਲਿਸਤਾਨ ਐ ਨਹੀਂ ਬਣਨ ਲੱਗਾ ਕਿ ਜਦੋਂ ਕਿਸੇ ਨੇ ਨਾਅਰੇ ਲਾਤੇ, ਇੱਕ ਵੱਖਰੀ ਵਿਚਾਰਧਾਰਾ ਇਹ, ਤੇ ਇਹ ਤੋਂ ਬੜਾ ਘਬਰਾਉਣਾ ਨਹੀਂ ਚਾਹੀਦਾ। ਸਭ ਨੇ ਅਸੀਂ ਸੰਤਾਪ ਹੰਢਾਇਆ, ਸਾਰੇ ਅਸੀਂ ਜਾਣਦੇ ਹਾਂ, ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਕਿਸਾਨ ਅੰਦੋਲਨ ਤੇ ਸੀਮਿਤ ਰੱਖੋ। ਮੇਰਾ ਖਿਆਲ ਤੁਸੀਂ ਨਾਲ ਜਾਓ ਗੀਤਕਾਰਾਂ ਨੂੰ, ਤੁਸੀਂ ਇਹਦਾ ਲਾਹਾ ਲੈ ਰਹੇ ਹੋ ਕਿ ਸ਼ਾਇਦ ਇਹ ਅਣਜਾਣ ਹੈ, ਇਹ ਤੁਹਾਨੂੰ ਨਾ ਤੁਰੋ ਤੁਸੀਂ। ਨਹੀਂ ਮੇਰਾ ਨਹੀਂ, ਦੇਖੋ ਜੀ ਗੱਲ ਸੁਣੋ, ਤੁਸੀਂ ਪੰਜਾਬ ਦੇ ਬਾਕੀ ਸ਼ੰਭੂ ਬਾਰਡਰ ਛੱਡੋ ਜੀ, ਸ਼ੰਭੂ ਬਾਰਡਰ ਦੇ ਪਰਲੇ ਪਾਸੇ ਲਾਈਨਾਂ ਤੇ ਧਰਨਾ, ਤੁਸੀਂ ਜਾਓ ਬਠਿੰਡੇ, ਤੁਹਾਨੂੰ ਸਾਰੇ ਟੋਲ ਪਲਾਜ਼ੇ ਮਿਲਣਗੇ, ਪੈਟਰੋਲ ਪੰਪ ਮਿਲਣਗੇ, ਮਾਲ ਆਲ ਓਵਰ ਪੰਜਾਬ ਚ ਸਭ ਜਗ੍ਹਾ ਲੋਕ ਬੈਠੇ, ਬਿਲਕੁਲ ਬੈਠੇ ਨੇ। ਉੱਥੇ ਦੇਖੋ ਵੀ ਕਿਹੜੇ ਝੰਡੇ ਨੇ, ਕਿਹੜੇ ਨਾਰੇ ਨੇ, ਕਿਹੜੇ ਲੋਕ ਨੇ, ਕੀ ਉਹਨਾਂ ਦਾ ਨਿਸ਼ਾਨਾ ਹੈ ਉੱਥੇ। ਸਵਾਲ ਇਹ ਹੈ ਕਿ ਜਦੋਂ ਅਜਿਹੇ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਅਜਿਹੇ ਮਾਹੌਲ ਪੈਦਾ ਹੁੰਦੇ ਨੇ, ਤਾਂ ਐਮਰਜੈਂਸੀ ਵਰਗੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ। ਨਹੀਂ, ਐਮਰਜੈਂਸੀ ਕਾਹਦੀ ਜੀ? ਐਮਰਜੈਂਸੀ ਕਿੱਥੇ? ਐਮਰਜੈਂਸੀ ਉਹੀ ਗੁੰਮਰਾਹ ਕਰ ਰਹੇ ਹੋ। ਫਿਲਹਾਲ ਕੋਈ ਅਜਿਹੀ ਹਾਲਤ ਨਹੀਂ, ਕੋਈ ਸਥਿਤੀ ਨਹੀਂ ਐਮਰਜੈਂਸੀ ਵਾਲੀ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਗੱਲ ਨੂੰ ਠੀਕ ਲਾਈਨ ਤੇ ਜਿਹੜਾ ਅੰਦੋਲਨ ਕਿਸਾਨਾਂ ਦਾ ਚੱਲ ਰਿਹਾ ਹੈ,
ਤੇ ਅਸੀਂ ਇਹਦੇ ਵਿੱਚੋਂ ਸਫਲ ਹੋ ਕੇ ਨਿਕਲਾਂਗੇ। ਬਿਲਕੁਲ ਉਹ ਯਾਰ ਪਤੰਦਰੋਂ ਮਿੱਥ ਕੇ ਆਏ ਹੁੰਨੇ ਆ, ਮਿੱਥ ਕੇ ਆਉਨੇ ਆ ਵੀ ਆਪਾਂ ਕਿਉਂ ਯਾਰ, ਮੈਨੂੰ ਬੋਲਣਾ ਪੈਂਦਾ। ਬੋਲੋ ਸਵਾਲ ਹੈ ਭਾਜੀ ਉਹਨੇ ਦਾ ਤੁਸੀਂ ਮੈਂ ਉੱਤੇ ਵੀ ਗੱਲ ਬੋਲੀ ਸੀ, ਮੈਂ ਉੱਤੇ ਹੀ ਬੋਲੀ ਸੀ, ਤੁਸੀਂ ਮੂਸੇਵਾਲ ਦੇ ਘਰੇ ਜਾਓ ਪੁੱਛ ਲਓ। ਤੁਸੀਂ ਦਾ ਸਾਥ ਦੇ ਦਿਓ ਪੰਜਾਬ ਮੈਂ ਤਾਂ ਬਾਈ ਜੀ ਇੱਕ ਮਿੰਟ ਉਹਨਾਂ ਦਾ ਸਮਰਥਨ, ਉਹਨਾਂ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਪੁੱਛੋ ਇੱਕ ਮਿੰਟ ਭਾਜੀ ਮੈਂ ਦੇਣ ਲੱਗਿਆ ਆ ਮੈਂ ਬਾਈ ਦੇਵ ਆਇਆ, ਦੇਖੋ ਅੱਜ ਬਾਈ ਦੇਵ ਆਇਆ, ਬਾਈ ਕਰਤਾਰ ਆਇਆ, ਉਹਨਾਂ ਦਾ ਸਮਰਥਨ ਸਾਰੀ ਇੰਡਸਟਰੀ ਦਾ ਸਾਡੇ ਨਾਲ ਆ ਜੀ। ਹਾਂਜੀ ਹੋ ਰਹੀ ਆ ਗੱਲਬਾਤ, ਸਾਰੀ ਇੰਡਸਟਰੀ ਨਾਲ ਗੱਲਬਾਤ ਹੋ ਰਹੀ ਹੈ। ਇਹ ਸਾਰੀ ਇੱਕ ਮਿੰਟ ਹੁਣ ਮੈਂ ਕਹਿੰਦਾ ਉਹ ਕਹਿ ਰਹੇ ਕਿ ਉਹਨਾਂ ਕੋਲ ਪੁੱਛ ਲਓ ਜਾ ਕੇ 31 ਜਥੇਬੰਦੀਆਂ ਆਈਆਂ ਨੇ, ਲੱਖਾਂ ਕਿਸਾਨ ਤਾਂ ਨਹੀਂ ਆ ਗਏ ਇੱਥੇ, ਬਿਲਕੁਲ। ਆਏ ਤਾਂ 31 ਜਥੇਬੰਦੀਆਂ ਨੇ। ਬਿਲਕੁਲ ਤੁਹਾਡੀ ਗੱਲ। ਤੁਹਾਨੂੰ ਕੋਲ ਪੁੱਛਾਂਗੇ ਉਦਾਂ ਹੀ। ਅੱਛਾ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਆ, ਉਹ ਨਿੱਜੀ ਨੂੰ ਪੁੱਛ ਲਓ। ਬਾਈ ਜੀ, ਮੈਂ ਜਵਾਬ ਮੇਰੀ ਗੱਲ ਜੱਜ ਨੇ ਦਿੱਤਾ। ਅੱਛਾ ਬਾਈ, ਮੈਂ ਤਾਂ ਜਿਵੇਂ ਸਾਰੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਆ। ਪੁੱਛਦੇ ਨਹੀਂ, ਪਤਾ ਨਹੀਂ। ਅੱਛਾ ਮੇਰੀ ਗੱਲ ਤਾਂ ਸੁਣੋ, ਗੱਲ ਤਾਂ ਸੁਣੋ। ਸਵਾਲ ਕੋਈ ਨਹੀਂ, ਜਵਾਬ ਦਿਓ। ਕਿਹੜੀ ਗੱਲ ਹੈ ਕਿ ਬੋਲੋ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਯਾਰ ਤੁਸੀਂ ਘੱਟੋ ਘੱਟ ਜਿਹੜਾ ਮੀਡੀਆ ਹੈਗਾ ਇੱਥੋਂ ਦਾ ਮੀਡੀਆ, ਉਹਦਾ ਸਾਥ ਦਿਓ ਯਾਰ। ਮੇਰੀ ਗੱਲ ਸੁਣੋ, ਤੁਸੀਂ ਉਸ ਦਿਨ ਵੀ ਮੀਟਿੰਗ ਦੇ ਵਿੱਚ ਵੀ ਆਹ ਹੁੰਦਾ ਜੀ, ਉਹ ਹੁੰਦਾ ਜੀ, ਹੈਨਾ, ਫਿਰ ਮੈਥੋਂ ਮੇਰਾ ਕਿਤੋਂ ਰਿਹਾ ਨਹੀਂ ਜਾਂਦਾ, ਬੋਲਿਆ ਜਾਂਦਾ। ਮੰਨ ਲਓ ਤੁਸੀਂ ਹੁਣ ਕਹਿਤਾ ਵੀ ਯਾਰ ਮੂਸੇ ਵਾਲਾ ਨਹੀਂ ਆਇਆ ਜਾਂ ਕੋਈ ਹੋਰ ਨਹੀਂ ਆਇਆ, ਤੁਸੀਂ ਇਹ ਗੱਲ ਮੂਸੇਵਾਲ ਨੂੰ ਵੀ ਪੁੱਛ ਸਕਦੇ ਭਾਈ ਤੂੰ ਕਿਉਂ ਨਹੀਂ ਜਾਂਦਾ, ਪਰ ਉਹਨਾਂ ਦਾ ਸਮਰਥਨ ਸਾਡੇ ਨਾਲ ਹੈ। ਕੋਈ ਨਿੱਜੀ ਕੀ ਰਾਏ ਆ ਉਹ ਦੇ ਸਕਦਾ ਤੁਹਾਨੂੰ। ਹੁਣ ਉਹਦੇ ਬਾਰੇ ਕਲਾਕਾਰ ਬੈਠੇ ਕੀ ਦੱਸ ਸਕਦੇ? ਸਾਰੀ ਇੰਡਸਟਰੀ ਸਮਰਥਨ ਸਾਡੇ ਨਾਲ ਹੈ ਜੀ। ਘਰੇਲੂ ਪ੍ਰੋਬਲਮ ਹੋ ਗਿਆ। ਹਾਂ ਬਿਲਕੁਲ। ਦੇਵ ਬਾਈ ਅੱਜ ਆਇਆ, ਕਰਤਾਰ ਬਾਈ ਅੱਜ ਆਇਆ। ਤਾਂ ਕਰਕੇ ਤੁਹਾਨੂੰ ਸਵਾਲ ਪੁੱਛਿਆ ਸਾਨੂੰ। ਅਸੀਂ ਹੁਣ ਤੁਸੀਂ ਅੰਮ੍ਰਿਤਮਾਨ ਦੀ ਗੱਲ ਕੀਤੀ, ਤੁਸੀਂ ਅੰਮ੍ਰਿਤਮਾਨ ਦੀ ਗੱਲ ਕੀਤੀ। ਬਾਈ ਦਾ ਪ੍ਰੋਪਰ ਤੌਰ ਤੇ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਹੈ, ਉਹ ਕਹਿੰਦੇ ਵੀ ਤੁਸੀਂ ਜੋ ਕਰ ਰਹੇ ਹੋ ਬਹੁਤ ਵਧੀਆ, ਕਿਉਂਕਿ ਦੇਖੋ ਹਰ ਇੱਕ ਬੰਦੇ ਨੂੰ ਓਨੀ, ਚਲੋ ਠੀਕ ਆ ਸਾਰੇ ਭਰਾ ਨੇ ਧਰਨਿਆਂ ਤੇ ਵੀ ਜਾਂਦੇ ਨੇ, ਕੋਈ ਕਿਤੇ ਬਿਜ਼ੀ ਹੈ ਕੋਈ ਕਿਤੇ ਬਿਜ਼ੀ ਹੈ, ਪਰ ਪੂਰਨ ਤੌਰ ਤੇ ਜਿਹੜੀ ਸਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਉਹ ਕਹਿੰਦੇ ਵੀ ਸਾਡਾ ਸਮਰਥਨ ਪੂਰੇ ਤੌਰ ਤੇ ਤੁਹਾਡੇ ਨਾਲ ਆ, ਇੰਡਸਟਰੀ ਦੇ ਨਾਲ ਹੈ। ਤੁਹਾਡੀ ਵੀਰੇ, ਤੁਹਾਡੀ ਇੱਕ ਮਿੰਟ, ਤੁਹਾਡੀ ਹੈਡਲਾਈਨ ਪਤਾ ਕੀ ਹੁੰਦੀ ਹੈ? ਅੰਦੋਲਨ ਹੋਇਆ ਦੋਫਾੜ ਜੀ, ਉਹਨੇ ਉਹਦਾ ਬਾਈਕਾਟ ਕੀਤਾ ਜੀ, ਉਹਨੇ ਉਹਦਾ ਬਾਈਕਾਟ। ਜਾਣ ਵਾਲੇ ਹੈਡਲਾਈਨ ਦੇ ਦਿਆ ਕਰੋ ਸਾਨੂੰ। ਅੱਛਾ ਇੱਕ ਇਹ ਦੱਸ ਦਿਓ, ਇੱਕ ਹੈਡਲਾਈਨ ਬਾਈ, ਇੱਕ ਹੈਡਲਾਈਨ ਉਹ ਕਿਹਨੇ ਲਾਈ ਸੀ ਵੀ ਜਸਬਾਜੀ ਨੇ ਕਿਹਾ ਦਨਾਲੀਆਂ ਚੱਕ ਲਓ, ਵੀ ਇਹ ਇਦਾਂ ਗੱਲ ਨਹੀਂ ਬਣਨੀ। ਮੈਂ ਕਿਸੇ ਨੂੰ ਨਹੀਂ ਕਿਹਾ ਦਨਾਲੀਆਂ ਚੱਕ ਲਓ ਕਿ ਇਹ ਜੀ ਹੈਡਲਾਈਨ ਨਾ ਬਣਾ ਕੇ ਪੇਸ਼ ਕਰਿਆ ਕਰੋ। ਇੱਕ ਮਿੰਟ ਲੱਗੇ ਕਲਾਕਾਰਾਂ ਦਾ ਮਕਸਦ ਤਾਂ ਇੰਨੇ ਫੈਨ ਨੇ, ਸਾਰਾ ਕੁਝ ਸਾਰੇ ਕਿਤੇ ਸੋਸ਼ਲ ਮੀਡੀਆ ਤੇ ਕਿਸਾਨਾਂ ਬਾਰੇ ਪਾਇਆ ਹੋਇਆ ਹੈਗਾ, ਸਾਰਿਆਂ ਨੇ A to Z। ਉਹਨਾਂ ਦੇ ਲੱਖਾਂ ਫੈਨ। ਆਪਾਂ ਮੁੱਦੇ ਤੇ ਆ ਜਾਓ, ਆਪਾਂ ਮੁੱਦੇ ਤੇ ਆ ਜਾਓ, ਆਪਾਂ ਬਿਲਾਂ ਤੇ ਆ ਜਾਓ ਬਾਈ। ਹੈਲੋ ਪਲੀਜ਼ ਬੇਨਤੀ ਆ ਸਾਰਿਆਂ ਨੂੰ ਕਿ ਬੜੀ ਚਰਚਾ ਹੋ ਗਈ ਆ, ਚਲੋ ਤੇ ਇਹਨੂੰ ਆਪਾਂ ਸਮ ਅਪ ਕਰਦੇ ਆ। ਮੈਂ ਪ੍ਰਧਾਨਗੀ ਕੀਤੀ ਅੱਜ ਦੀ ਮੀਟਿੰਗ ਦੇ ਵਿੱਚ। ਸਮਾਂ ਹੁੰਦਾ ਕੋਈ ਪ੍ਰੈਸ ਕਾਨਫਰੰਸ ਦਾ, ਜੋ ਸਵਾਲ ਤੁਸੀਂ ਕੀਤਾ ਹੈ ਜਵਾਬ ਦਿੱਤੇ ਇਹਨਾਂ ਨੇ ਦਿੱਤਾ। ਹੈਡਲਾਈਨ ਛੋਟੀ ਇਹ ਜਾਣੀ ਚਾਹੀਦੀ ਹੈ ਕਿ ਅੱਜ ਕਾਲੇ ਕਾਨੂੰਨਾਂ ਨੂੰ ਲੈ ਕੇ, ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਪੂਰਾ ਪੰਜਾਬ ਦੇ ਕਲਾਕਾਰ, ਪੰਜਾਬ ਦੀਆਂ ਜਥੇਬੰਦੀਆਂ ਇਕਜੁੱਟ ਹੋ ਗਏ ਤੇ ਮੀਡੀਆ ਉਹਦੇ ਨਾਲ ਇਹ ਵੀ ਪੈਦਾ ਕਰੋ ਵਿੱਚ। ਧੰਨਵਾਦ ਸਾਰਿਆਂ ਦਾ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।